ਚੋਣ ਨਤੀਜਿਆਂ ਨੇ ਦੇਸ਼ ਦੇ ਲਈ ਕਈ ਸਵਾਲ ਵੀ ਛੱਡੇ ਨੇ ਕਿ ਕੀ ਲੈ ਦੇ ਕੇ ਇੱਕ ਦਿੱਲੀ ਵਾਲੇ ਚਿਹਰੇ ਆਉਣਗੇ ਤੇ ਉਹੀ ਤੁਹਾਨੂੰ ਭਰਮਾਉਣਗੇ ਤੇ ਉਹੀ ਵੋਟਾਂ ਪਵਾ ਕੇ ਚਲੇ ਜਾਣਗੇ। ਖੇਤਰੀ ਪਾਰਟੀਆਂ ਕਿੱਥੇ ਗਈਆਂ, ਖੇਤਰੀ ਚਿਹਰੇ ਕਿੱਥੇ ਗਏ, ਚਾਹੇ ਉਹ ਰਾਸ਼ਟਰੀ ਪਾਰਟੀਆਂ ਨਾਲ ਜੁੜੇ ਹੋਣ, ਪਰ ਹਰੇਕ ਪਾਰਟੀ ਦਾ ਆਪਣੇ ਆਪਣੇ ਸੂਬੇ ਦੇ ਵਿੱਚ, ਆਪਣੇ ਆਪਣੇ ਇਲਾਕੇ ਦੇ ਵਿੱਚ ਨਾਮੀ ਚਿਹਰੇ ਹੁੰਦੇ ਸੀ ਜਿਨ੍ਹਾਂ ਦੇ ਆਧਾਰ ਤੇ ਪਾਰਟੀਆਂ ਲੜਦੀਆਂ ਸੀ। ਕਿ ਉਸ ਨੂੰ ਵੀ ਖੋਰਾ ਲੱਗ ਗਿਆ। ਸੋ ਇਹ ਨਤੀਜੇ ਕੀ ਕਹਿੰਦੇ ਨੇ, ਇਹ ਨਤੀਜੇ ਆਉਣ ਵਾਲੇ 24 ਤੱਕ ਕੀ ਸੁਨੇਹਾ ਦਿੰਦੇ ਨੇ ਤੇ ਇਹਨਾਂ ਨਤੀਜਿਆਂ ਦੇ ਨਾਲ ਖੇਤਰੀ ਪਾਰਟੀਆਂ ਔਰ ਖੇਤਰੀ ਲੀਡਰਾਂ ਦੀ ਭੂਮਿਕਾ ਕੀ ਹੈ, ਇਹਨਾਂ ਸਾਰਿਆਂ ਦੇ ਉੱਤੇ ਅਸੀਂ ਪੰਜਾਬ ਟੈਲੀਵਿਜ਼ਨ ਤੇ ਚਰਚਾ ਲੈ ਕੇ ਹਾਜ਼ਰ ਹਾਂ। ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਜਿੱਥੇ ਹਮੀਰ ਸਿੰਘ ਭਾਜੀ ਮੌਜੂਦ ਨੇ, ਉੱਥੇ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਮੌਜੂਦ ਨੇ। ਸੋ ਜਿਹੜੇ ਇਹਨਾਂ ਮਸਲਿਆਂ ਦੇ ਉੱਤੇ ਗੰਭੀਰ ਟਿੱਪਣੀਆਂ ਲਈ ਜਾਣੇ ਜਾਂਦੇ ਨੇ। ਸੋ ਮੈਂ ਆਪਣੇ ਦੋਨੇ ਮਹਿਮਾਨਾਂ ਦਾ ਪੰਜਾਬ ਟੈਲੀਵਿਜ਼ਨ ਤੇ ਸਵਾਗਤ ਕਰਦਾ, ਬਹੁਤ ਬਹੁਤ ਸਵਾਗਤ ਹੈ। ਖਾਲਿਦ ਸਾਹਿਬ, ਮੈਂ ਤੁਹਾਤੋਂ ਹੀ ਚਰਚਾ ਸ਼ੁਰੂ ਕਰਨੀ ਚਾਹੁੰਦਾ ਕਿ ਜਿਵੇਂ ਲੋਕਾਂ ਨੇ ਤਿੰਨਾਂ ਪਾਰਟੀਆਂ ਨੂੰ ਲੋਲੀਪੌਪ ਦੇਤਾ ਕਿ ਲੈ ਭਾਈ ਤੁਸੀਂ ਖੁਸ਼ ਰਹਿ ਲਓ, ਸੋ ਆਹ ਸਾਰਿਆਂ ਤਿੰਨਾਂ ਨੂੰ ਖੁਸ਼ ਤਾਂ ਕਰ ਦਿੱਤਾ, ਪਰ ਦੇਸ਼ ਮੂਹਰੇ ਸਵਾਲ ਖੜਾ ਹੈ ਕਿ ਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਤੰਤਰਕ ਚੁਣੌਤੀਆਂ ਨਹੀਂ ਪੈਦਾ ਕਰ ਰਹੇ ਨਤੀਜੇ? देखो, पहली तो चीज़ ये हैगी है कि हर इलेक्शन डिफरेंट हुंदा है, हर इलेक्शन डिफरेंट सुनेहा देके जांदा है। ये 3 इलेक्शन होए, MCD दा होया ते गुजरात ते हिमाचल दा। ये तिन्ना इलेक्शनां दे विच मुद्दे भी डिफरेंट थे और चेहरे लेकिन इक्को सीगे। ये सब तो जिहड़ी खतरनाक गल साडी डेमोक्रेसी वास्ते आ रही है। डेमोक्रेसी दे विच लोकां दा इन्वॉल्वमेंट बहुत जरूरी हुंदी है। और तुसी लॉलीपॉप की गल की है, हुण लॉलीपॉप कदे लोग पार्टियां नूं दे दिंदे हैं और पार्टियां तां दे ही रही हैं लॉलीपॉप। इनफैक्ट जे आपां देखिए 2014 के बाद जिन्ने भी इलेक्शन होया है वो किसी विचारधारा के आधार पर नहीं होए। वो इलेक्शन जिहड़े हैगे हैं वो इस करके नहीं होए, साडा पॉलिसी प्रोग्राम है। वो इलेक्शन ये हैगा कि मैं लैपटॉप वंड रहा, मैं साइकिल वंड रहा, मैं जिहड़ा हैगा फ्री बिजली दे रहा, मैं फ्री आ चीज़ दे रहा, फ्री बीज जिहड़ी हैगी वो लॉलीपॉप है। बिल्कुल ਉਹਦੇ ਨਾਲ ਸਟੇਟ ਦਾ ਕੀ ਹਾਲ ਹੋਊਗਾ, ਸਟੇਟ ਦੀ ਅਰਥ ਵਿਵਸਥਾ ਦਾ ਕੀ ਹਾਲ ਹੋਊਗਾ, ਦੇਸ਼ ਦੀ ਅਰਥ ਵਿਵਸਥਾ ਦਾ ਕੀ ਹਾਲ ਹੋਊਗਾ, ਇਹ ਪਾਰਟੀਆਂ ਦੇ ਮੂਹਰੇ ਕੁਐਸਚਨ ਹੈ ਹੀ ਨਹੀਂ। ਨੰਬਰ 1। ਦੂਸਰੀ ਜਿਹੜੀ ਤੁਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹੋ, ਜਿਸ ਵੇਲੇ ਕੋਈ ਵੀ ਪਾਰਟੀ ਮੈਜੋਰਿਟੀ ਲੈਂਦੀ ਹੈ लेकिन थोड़े दिनों बाद तुहानूं पता लगता है उहदे विचों कुछ मैंबर जिहड़े हैगे आ वो खरीद लत्ते गए, वो किसी रिजॉर्ट दे विच शिफ्ट कर गए, वो किसी 5 स्टार होटल च शिफ्ट कर गए। तां उहदे विच 2 नुकसान हुंदे हैं। एक तां नुकसान लोकां दी वो जिहड़ी हैगी है आस्था है कि डेमोक्रेसी दे विच। दूसरे उन्हां ने किसी पार्टी नूं वोट दित्ती, किसी व्यक्ति नूं वोट दित्ती, किसी वजह करके वोट दित्ती, वो सारा कुछ खत्म होके व्यक्ति जिहड़ा हैगा अपने किसी भी लोभ लालच नाल किते होर चला जाता है। ਉਹਦੇ ਨਾਲ ਲੋਕਾਂ ਦੀ ਆਸਥਾ ਡੈਮੋਕ੍ਰੇਸੀ ਤੇ ਵੀ ਜਾਂਦੀ ਹੈ। ਡੈਮੋਕ੍ਰੇਸੀ ਆਪਣੇ ਆਪ ਦੇ ਵਿੱਚ ਬੜੀ ਡੈਮੇਜ ਹੁੰਦੀ ਹੈ ਔਰ ਹੋ ਰਹੀ ਹੈ। ਆਪਾਂ ਦੇਖ ਰਹੇ ਹਾਂ ਦਿਨ ਪ੍ਰਤੀ ਦਿਨ ਹੋ ਰਹੀ ਹੈ। ਆਪਾਂ ਜਾਂ ਤਾਂ ਇੱਕ ਗਾਈਡਡ ਡੈਮੋਕ੍ਰੇਸੀ ਬਣ ਗਏ ਹਾਂ, ਜਾਂ ਇੱਕ ਫੋਰਸਡ ਡੈਮੋਕ੍ਰੇਸੀ ਬਣ ਗਏ ਹਾਂ, ਜਾਂ ਇਹੋ ਜਿਹੇ ਲੋਕਤੰਤਰ ਬਣ ਗਏ ਹਾਂ ਜਿਹਦੇ ਵਿੱਚ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹ ਆਪ ਹੀ ਖਤਮ ਕਰ ਰਹੀਆਂ ਹਨ। ਔਰ ਲੋਕਾਂ ਦੇ ਵਿੱਚ ਇੱਕ ਕੁਐਸਚਨ ਪੈਦਾ ਹੋ ਗਿਆ ਕਿ ਦੇਖੋ ਇਹਨਾਂ ਨੇ 5 ਸਾਲ ਬਾਅਦ ਸਾਡੇ ਕੋਲ ਆਉਣਾ, ਇਹਨਾਂ ਨੇ 5 ਸਾਲ ਬਾਅਦ ਸਾਨੂੰ ਬਹੁਤ ਸਾਰੇ ਵਾਅਦੇ ਕਰਨੇ ਆ, ਉਹਨਾਂ ਨੇ ਸਾਨੂੰ ਪੈਸੇ ਵੀ ਦੇਣੇ ਆ, ਉਹਨਾਂ ਨੇ ਸਾਨੂੰ ਦਾਰੂ ਵੀ ਪਿਲਾਉਣੀ ਹੈ, ਉਹਨਾਂ ਨੇ ਸਾਨੂੰ ਉਸ ਕਰਕੇ ਬੈਟਰੇ ਹੈਗਾ ਵੀ ਆਪਾਂ 5 ਸਾਲ ਬਾਅਦ ਜਦ ਆਣ ਇਹਨਾਂ ਨੂੰ ਜਾਨ ਨਾ ਦਈਏ, ਖੂਬ ਖਾਈਏ ਇਹਨਾਂ ਨੂੰ ਚੋੜੀਏ। ਪੋਲੀਟੀਕਲ ਪਾਰਟੀਜ਼ ਨੇ ਸੋਚ ਲਿਆ ਵੀ ਦੇਖ 5 ਸਾਲ ਇਹਨਾਂ ਨੂੰ ਪੁੱਛਣਾ ਹੈ ਨਹੀਂ, ਉਸ ਤੋਂ ਬਾਅਦ ਚਾਹੇ ਅਸੀਂ ਕੰਮ ਕਰੀਏ ਚਾਹੇ ਨਾ ਕਰੀਏ ਇਹਨਾਂ ਨੂੰ ਦਾਰੂ ਤਾਂ ਪਿਲਾਉਣੀਆਂ ਪੈਣੀਆਂ, ਇਹਨਾਂ ਨੂੰ ਵੋਟਾਂ ਖਰੀਦਣੀ ਪੈਣੀਆਂ। ਇਸ ਕਰਕੇ ਬੈਟਰੀ ਚੌਥੇ ਸਾਲ ਜਾ ਵੜਾਂਗੇ ਉਹ ਕਰਕੇ। ਉਹਦੇ ਨਾਲ ਕੀ ਹੈ, ਸਾਡਾ ਲੋਕਤੰਤਰ ਦਾ ਚਿਹਰਾ ਜਿਹੜਾ ਹੈਗਾ ਉਹ ਬੜੀ ਬੁਰੀ ਤਰ੍ਹਾਂ ਵਿਗੜ ਗਿਆ। ਲੋਕਤੰਤਰ ਦਾ ਚਿਹਰਾ ਧੁੰਦਲਾ ਹੋ ਗਿਆ। ਪਰ ਖਾਲਿਦ ਸਾਹਿਬ ਨੇ ਇੱਕ ਪਹਿਲੂ ਬਹੁਤ ਗੰਭੀਰ ਸਾਡੇ ਸਾਹਮਣੇ ਲਿਆਂਦਾ ਕਿ ਰਿਜ਼ੋਰਟ ਬੁੱਕ, ਬੱਸਾਂ ਬੁੱਕ। ਕਿਸੇ ਸਮੇਂ ਸੀਗਾ ਕਿ ਇੱਕ MLA ਟੁੱਟ ਗਿਆ, 2 ਟੁੱਟ ਕੇ, ਫਿਰ ਉਹਦੇ ਲਈ ਕਹਿੰਦੇ ਸਖਤ ਕਾਨੂੰਨ ਆ ਗਿਆ ਕਿ ਨਹੀਂ ਜੀ 2/3 ਹੋਣਗੇ ਤਾਂ ਹੀ। ਫਿਰ ਉਹ ਕਹਿੰਦੇ ਕਿ ਠੀਕ ਹੈ ਜਾਂ ਸਾਰੀ ਪਾਰਟੀ ਉਹ ਪੱਟ ਲਓ, 2/3 ਪੱਟ ਲਓ। ਇਹ ਵੱਡੇ ਪੱਧਰ ਤੇ ਖਰੀਦੋ ਫਰੋਖਤ ਪਹਿਲਾਂ ਕੀ ਭਾਰਤ 'ਚ ਪਹਿਲਾਂ ਵੀ ਹੁੰਦੀ ਰਹੀ ਆ ਜਾਂ ਹੁਣ? ਦੂਸਰਾ ਸਵਾਲ ਹੁਣ ਵੀ ਇਹੀ ਖੜਾ। ਮੈਨੂੰ ਪਰਸੋਂ ਦਾ ਪਤਾ ਲੱਗ ਰਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੇ MLA ਨੂੰ ਫੋਨ ਆਏ ਕਿ ਭਾਈ ਆਪਣੇ ਆਪਣੇ ਹਲਕੇ ਗੁਜਰਾਤ 'ਚ ਪਹੁੰਚ ਜਾਓ ਕਿ ਜੇਕਰ ਤੁਹਾਡਾ MLA ਪਾਰਟੀ ਦਾ ਜਿੱਤਦਾ ਚੱਕ ਕੇ ਦਿੱਲੀ ਲਿਆਓ। ਇੱਧਰ ਕਾਂਗਰਸ ਨੇ ਹਿਮਾਚਲ ਵਾਲੇ ਕੱਲੇ ਆਪਣੇ ਉਮੀਦਵਾਰ ਦੇ ਨਾਲ ਬੰਦਾ ਬਿਠਾਤਾ ਕਿ ਜਿੱਤੀ ਜਾਵੇ ਪੰਜਾਬ ਲਿਆਈ ਜਾਓ, ਚੰਡੀਗੜ੍ਹ ਲਿਆਈ ਜਾਓ ਤੇ ਰਾਜਸਥਾਨ ਸ਼ਿਫਟ ਕਰੀ ਜਾਓ। ਜਿਹੜਾ ਇਹ ਡਰ ਹੈ ਕਿ ਲੋਕ ਨੁਮਾਇੰਦੇ ਜਿੱਤ ਕੇ ਵੀ ਮਤਲਬ ਕਿ ਲੁਕਾਉਣੇ ਪੈ ਰਹੇ ਨੇ, ਫਿਰ ਉਹ ਨੁਮਾਇੰਦੇ ਕਿਵੇਂ ਸਾਬਤ ਹੋਣਗੇ? नहीं, सब तो पहला तो क्वेश्चन यही है कि साडी जमहूरीयत का जो सिस्टम है, पहला टिकट लैन लई जो उन्होंने जद्दोजहद पैदे उदों भी एलीगेशन लगते हैं कि जी पैसे दिते फलाना किया जे वो जोड़ तोड़। फिर
ਮਤਲਬ ਹੁਣ ਵਿਚਾਰਧਾਰਾ ਦਾ ਦੌਰ ਤਾਂ ਖਤਮ ਕਰਤਾ ਉਹਨਾਂ ਨੇ ਲਗਭਗ। ਉਹ ਕਹਿ ਰਹੇ ਨੇ ਵੀ ਵਿਚਾਰਧਾਰਾ ਦੀ ਕੋਈ ਗੱਲ ਨਹੀਂ, ਜਿਹੜਾ ਅੱਜ ਕਾਂਗਰਸ ਚੋਂ ਲੜ ਰਿਹਾ ਕੱਲ ਨੂੰ ਬੀਜੇਪੀ ਚੋਂ, ਜਿਹੜਾ ਕਦੇ ਫਿਰ ਆਪ ਚੋਂ, ਫਿਰ ਆਪ ਵਾਲਾ ਬੀਜੇਪੀ ਚ, ਅਲੱਗ-ਅਲੱਗ ਟਾਈਪ ਦਾ ਮਾਹੌਲ ਜਿਹੜਾ ਬਣ ਰਿਹਾ। ਪਰ ਸਭ ਤੋਂ ਬੜਾ ਕੁਐਸਚਨ ਜਿਹੜਾ ਮੈਨੂੰ ਲੱਗਦਾ ਕਿ ਅਜੇ ਇਹਨਾਂ ਚੋਣਾਂ ਦੇ ਵਿੱਚ ਜੇ ਆਪਾਂ ਅਲੱਗ-ਅਲੱਗ ਵੀ ਦੇਖਦੇ ਹਾਂ ਸਾਰੇ ਮਾਮਲੇ ਦੇ ਵਿੱਚ, ਆਮ ਆਦਮੀ ਪਾਰਟੀ ਨੇ ਦੇ ਮੁਖੀ ਜਿਹੜੇ ਅਰਵਿੰਦ ਕੇਜਰੀਵਾਲ ਸੀ, ਉਹਨਾਂ ਨੇ ਗੁਜਰਾਤ ਨੂੰ ਲਾਂਚਿੰਗ ਪੈਡ ਦੇ ਤੌਰ ਤੇ ਨੈਸ਼ਨਲ ਪੋਲਿਟਿਕਸ ਦੇ ਵਿੱਚ ਕਿ ਮੈਂ ਮੋਦੀ ਦੇ ਮੁਕਾਬਲੇ ਸ਼ਾਇਦ ਹੈ ਜੇ ਪ੍ਰਾਈਮ ਮਿਨਿਸਟਰ ਕੈਂਡੀਡੇਟ 2024 ਦੇ ਖੜੇ ਹੋ ਸਕਦਾ ਜਾਂ ਕੁਝ ਉਸ ਲੈਵਲ ਤੇ ਲਿਆ ਸੀ। ਹਾਲਾਂਕਿ ਉਸ ਲੈਵਲ ਦੇ ਉੱਤੇ ਨਹੀਂ ਵੋਟਾਂ ਮਿਲੀਆਂ ਤੇ ਲਗਭਗ 5-6 ਐ ਸੀਟਾਂ ਦੇ ਦੌਰ ਦੇ ਵਿੱਚ ਆਉਂਦਾ ਕਿ 5 ਸੀਟਾਂ ਆ ਸਕਣਗੀਆਂ ਗੁਜਰਾਤ 'ਚ। ਹਾਂ, ਵੋਟ ਪਰਸੈਂਟੇਜ ਜ਼ਰੂਰ ਕੋਈ ਇੱਕ ਹੱਦ ਤੱਕ ਆਈ ਹੈ, ਜਿਵੇਂ 13% ਵੋਟ ਮੰਨੀ ਜਾ ਰਹੀ ਹੈ। ਪਰ ਉਹ ਸਾਰੇ ਕਿਤੇ ਹੀ ਇਹ ਹੈ, ਮਤਲਬ ਮੈਨੂੰ ਲੱਗਦਾ ਵੀ ਆਪ ਦਾ ਫੋਕਸ ਇਹ ਹੈ ਕਿ ਜਿੱਥੇ ਕਿਤੇ ਕਾਂਗਰਸ ਵੀਕ ਹੈ ਥੋੜਾ ਬਹੁਤ ਉਹ ਕਾਂਗਰਸ ਦੇ ਵੋਟ ਲੈ ਜਾਏ। ਜਿਵੇਂ ਦਿੱਲੀ ਐਮਐਸਡੀ ਹੈ, ਐਮਸੀਡੀ ਦੇ ਵਿੱਚ ਵੀ ਜਾਂ ਇਦੋਂ ਪਹਿਲੀਆਂ ਵਿਧਾਨ ਸਭਾਵਾਂ ਦੇ ਵਿੱਚ ਵੀ ਲਗਭਗ ਆਪ ਕਾਂਗਰਸ ਦੀ ਰਿਪਲੇਸਮੈਂਟ ਬਣ ਗਈ ਹੈ ਨਾ ਉਸ ਲੈਵਲ ਦੇ ਉੱਤੇ, ਤੇ ਬੀਜੇਪੀ ਨਾਲ ਉਹ ਕਰ ਰਹੀ ਹੈ। ਗੁਜਰਾਤ 'ਚ ਅਜੇ ਉੱਥੇ ਤੱਕ ਨਹੀਂ ਪਹੁੰਚੀ ਆ, ਅਜੇ ਮਤਲਬ 26 ਸੀਟਾਂ ਦੇ ਨੇੜੇ ਤੇ 26% ਵੋਟ ਹੈ ਤੇ 13% ਡਬਲ ਦਾ ਫਰਕ ਹੈ ਅਜੇ ਵੀ ਗੁਜਰਾਤ 'ਚ ਉਸ ਮਾਮਲੇ ਨਾਲੋਂ। ਪਰ ਇੱਕ ਗੱਲ ਹੈ ਕਿ ਬੀਜੇਪੀ ਦੀਆਂ ਵੋਟ ਪਰਸੈਂਟੇਜ ਵੀ ਵਧਣੀ ਉੱਥੇ, ਇਹ ਇੱਕ ਅਲੱਗ ਤਰ੍ਹਾਂ ਦਾ ਮੈਸੇਜ ਦੇ ਰਹੀ ਹੈ ਪੋਲਿਟਿਕਸ ਨੂੰ ਹੋਰ ਟਾਈਪ। ਔਰ ਮੈਨੂੰ ਤਾਂ ਇਹ ਲੱਗਦਾ ਕਿ ਉਦੋਂ ਤੋਂ ਲੈ ਕੇ ਬੀਜੇਪੀ ਜਦੋਂ ਸ਼ੁਰੂ ਤੋਂ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਤੇ ਰੇਪਿਸਟਾਂ ਨੂੰ ਛੱਡਣਾ, ਮਤਲਬ ਉਹ ਸਾਰੇ ਮਾਮਲੇ ਦੇ ਵਿੱਚ ਆ ਕੇ ਕਿ ਆਜ਼ਾਦੀ ਦੇ 75 ਸਾਲਾਂ ਤੇ ਅਸੀਂ ਜੀ ਕੁਝ ਬੰਦਿਆਂ ਨੂੰ ਉਹ ਕਰ ਰਹੇ ਹਾਂ, ਔਰ ਇਹ ਪਾਰਟੀਆਂ ਦਾ ਚੁੱਪ ਹੋ ਜਾਣਾ ਕਿ ਬਹੁਤ ਵੱਡਾ ਨਾ, ਤਾਂ ਇੱਕ ਵਰਗ ਨੂੰ ਮੈਸੇਜ ਸੀ ਕਿ ਤੁਸੀਂ ਜੋ ਮਰਜ਼ੀ ਕਰੋ ਅਸੀਂ ਤੁਹਾਡੇ ਨਾਲ ਆ। ਫਿਰ ਇਸੇ ਦੌਰਾਨ ਗ੍ਰਹਿ ਮੰਤਰੀ ਦਾ ਬਿਆਨ ਵੀ ਆਇਆ ਕਿ 2002 ਚ ਇੱਕ ਤਾਂ ਆਪਾਂ ਸਬਕ ਸਿਖਾਤਾ ਸੀ ਜੇ ਉਹ, ਇਹ ਸਾਰਾ ਮੈਸੇਜ ਹੈ ਇੱਕ ਹਿੰਦੂਤਵੀ ਏਜੰਡੇ ਦਾ, ਹੈ ਨਾ। ਇਹ ਕੋਈ ਕਾਰਗੁਜ਼ਾਰੀ ਦਾ ਏਜੰਡਾ ਨਹੀਂ ਹੈ, ਇਹ ਕੋਈ ਇਹੋ ਜਿਹਾ ਏਜੰਡਾ ਨਹੀਂ ਹੈ ਜਿਹਦੇ ਨਾਲ ਇਹ ਗੱਲ ਕਰਕੇ ਤੁਸੀਂ ਆਏ ਹੋ ਕਿ ਅਸੀਂ ਬਹੁਤ ਹੈ। ਫਿਰ ਅੱਛਾ ਦੂਜੇ ਪਾਸੇ ਵੀ ਵਰਤੇ ਗਏ, ਓਵੈਸੀ ਨੇ ਵੀ ਆਪਣਾ ਰੋਲ ਪਲੇ ਕੀਤਾ ਜਿਹੜਾ ਮੁਸਲਿਮ ਵੋਟ 'ਚ ਉੱਥੇ ਗਏ, ਪਰ ਬਹੁਤਾ ਚੈਲ ਨਹੀਂ ਲਾਇਆ ਉਹਨਾਂ ਨੇ, ਬੀਜੇਪੀ ਲਈ ਕੰਮ ਕਰਦਾ ਉਹ ਤਾਂ। ਹਾਂ, ਪਰ ਕਾਂਗਰਸ ਦੇ ਵਿੱਚ ਵੀ ਇਹ ਹੈ ਕਿ ਜਿਸ ਢੰਗ ਨਾਲ ਯੂਨਾਈਟਿਡ ਹੈ ਕਾਂਗਰਸ, ਜਿਵੇਂ ਪਹਿਲਾਂ ਹਾਰਦਿਕ ਪਟੇਲ ਇਹਨਾਂ ਨਾਲ ਆਇਆ ਸੀ, ਉਹਨੂੰ ਸਟੇਟ ਦਾ ਕਾਰਜਕਾਰੀ ਪ੍ਰਧਾਨ ਵੀ ਬਣਾਇਆ, ਉਹ ਐਲੀਗੇਸ਼ਨ ਲਾ ਕੇ ਸਾਰੇ ਹੌਲੀ ਹੌਲੀ ਚਲਾ ਗਿਆ, ਮੈਨੂੰ ਕੰਮ ਕਰਨ ਦਾ ਮੌਕਾ ਨਹੀਂ ਦਿੰਦੇ। ਜਗਨੇਸ਼ ਮੈਣੀ ਸੀ, ਉਹ ਇਹਨਾਂ ਨਾਲ ਆਉਣਾ ਚਾਹੁੰਦਾ ਸੀ, ਟੈਕਨੀਕਲੀ ਨਹੀਂ ਕਿਸੇ ਤਰੀਕੇ ਨਾਲ ਆਇਆ। ਜਿਹੜੇ ਯੰਗ ਲੀਡਰਸ਼ਿਪ ਗੁਜਰਾਤ 'ਚ ਜਿਹੜੀ ਫਾਈਟਿੰਗ ਜਿਹਨੇ ਮੂਵਮੈਂਟ ਖੜੀ ਕੀਤੀ ਸੀ, ਉਹਨੂੰ ਸੰਭਾਲਣਾ ਪਾਉਣਾ ਜਾਂ ਆਪਣੇ ਤਰੀਕੇ ਨਾਲ ਗੱਲ ਕਰਨਾ, ਉਹ ਉਧਰ ਵੀ ਇੱਕ ਗੱਲ ਹੁੰਦੀ ਹੈ ਜਿਹੜੀ ਤੁਸੀਂ ਉਹ ਗੱਲ ਕਰ ਰਹੇ ਹੋ। ਔਰ ਇਸੇ ਤਰੀਕੇ ਦੇ ਨਾਲ ਹਿਮਾਚਲ ਦੇ ਵਿੱਚ ਤਾਂ ਬਹੁਤ ਜ਼ਿਆਦਾ ਐਂਟੀ ਇਨਕੰਬੈਂਸੀ ਸੀ। ਇੱਕ ਤਾਂ ਬਹੁਤ ਮੁਲਾਜ਼ਮਾਂ ਦਾ ਉਹ ਮੰਨਿਆ ਜਾਂਦਾ ਹੈ। ਦੋ ਗੱਲਾਂ ਹਿਮਾਚਲ 'ਚ ਬਹੁਤ ਵੱਡੀਆਂ ਸੀਗੀਆਂ, ਇੱਕ ਤਾਂ ਜਿਹੜੀ ਇਹਨਾਂ ਨੇ ਫੌਜ 'ਚ ਲਿਆਂਦੀ ਸੀ ਉਹ ਯੋਜਨਾ, ਕੀ ਕਿਹਾ ਸੀ ਉਹਨੂੰ, ਅਗਨੀਵੀਰ, ਕਿਉਂਕਿ ਇੱਥੋਂ ਫੌਜ 'ਚ ਬਹੁਤ ਮੁੰਡੇ ਨੇ ਤੇ ਉਸ ਲੈਵਲ ਦੇ ਨੇ, ਉਹਦੇ ਨਾਲ ਸਹਿਮਤੀ ਨਹੀਂ ਸੀ। ਦੂਜਾ ਜਿਹੜੀ ਇੱਥੇ ਸੀਗੀ ਜਿਹੜੀ ਓਲਡ ਏਜ ਜਿਹੜੀ ਓਲਡ ਪੈਨਸ਼ਨ ਸਕੀਮ, ਮੁਲਾਜ਼ਮਾਂ ਦੀ ਪੈਨਸ਼ਨ ਸਕੀਮ ਜਿਹੜੀ ਸੀ, ਉਹ ਜਿਹੜੀ ਸੀ। ਪਰ ਹਾਲਾਂਕਿ ਕੇਜਰੀਵਾਲ ਉਹਨਾਂ ਨੇ ਇੱਥੇ ਵੀ ਕਿਹਾ ਅਸੀਂ ਲਾਗੂ ਕਰ ਦਾਂਗੇ, ਉੱਥੇ ਵੀ ਕਿਹਾ ਇਹਦਾ ਕੋਈ ਬੜਾ ਫਾਇਦਾ ਹੋਇਆ ਨਹੀਂ। ਔਰ ਇਮੀਡੀਏਟ ਜਿਹੜੀ ਕਾਂਗਰਸ ਸੀ ਉਹਨੂੰ ਹੀ ਉਹਦਾ ਫਾਇਦਾ, ਕਿਉਂਕਿ ਜਿਹੜੀ ਟੱਕਰ 'ਚ ਹੈ ਕੋਈ ਚੀਜ਼, ਕੋਈ ਧਿਰ ਹੈ, ਉਹਨੂੰ ਹੀ ਫਾਇਦਾ ਨਜ਼ਰ ਆਉਂਦਾ ਉਸ ਮਾਮਲੇ ਦੇ ਵਿੱਚ। ਔਰ ਇਹ ਤਿੰਨਾਂ 'ਚ ਇੱਕ ਗੱਲ ਸਰਚ ਗਈ, ਚਲੋ ਵੀ ਇੱਕ ਮੈਨੂੰ ਐ ਨਹੀਂ ਹੋਇਆ ਵੀ ਇੱਕੋ ਹੀ ਨਿਕਲਦਾ। ਗੁਜਰਾਤ 'ਚ ਕੌਣ ਹੈ ਲੀਡਰ? ਨਰਿੰਦਰ ਮੋਦੀ, ਹੈ ਨਾ। ਇੱਥੇ ਵੀ ਇੱਕ ਵੀਡੀਓ ਜਾਰੀ ਹੋਈ ਸੀ, ਤੁਹਾਡੇ ਯਾਦ ਹੋਣਾ ਕਿ ਨਰਿੰਦਰ ਮੋਦੀ ਆਪ ਇੱਕ ਜਿਹੜਾ ਬਾਗੀ ਕੈਂਡੀਡੇਟ ਆ ਉਹਨੂੰ ਫੋਨ ਕਰ ਰਹੇ ਨੇ ਕਿ ਤੂੰ ਹਟ ਜਾ ਹੁਣ ਮੈਦਾਨ ਚੋਂ, ਕਹਿੰਦਾ ਮੈਂ ਹੁਣ ਨਹੀਂ ਹਟ ਸਕਦਾ, ਜਾਂ ਬਾਕੀ ਚੀਜ਼ਾਂ ਨੇ ਜਿਹੜੀਆਂ ਨਰਿੰਦਰ ਮੋਦੀ ਲੜ ਵੀ ਰਿਹਾ ਸੀ। ਪ੍ਰਧਾਨ ਮੰਤਰੀ ਇੰਨੀ ਦਿਲਚਸਪੀ ਲੈ ਰਿਹਾ ਇੱਕ ਸੀਟ ਤੇ ਜਾ ਕੇ, ਮਤਲਬ ਜਿਹੜੀਆਂ ਚੀਜ਼ਾਂ ਨੇ ਤਾਂ ਜਾ ਕੇ ਉਹ ਗੱਲ ਉੱਥੇ ਮਤਲਬ ਚੱਲ ਰਹੀ ਆ ਕਿਤੇ ਨਾ ਕਿਤੇ, ਫਿਰ ਵੀ ਉਨੀ ਨਹੀਂ ਚੱਲੀ ਜਿੰਨੀ ਚੱਲਣ ਦੀ ਗੱਲ ਸੀ। ਹਿਮਾਚਲ ਤੋਂ ਉਹਨਾਂ ਦਾ ਨੈਸ਼ਨਲ ਪ੍ਰੈਜ਼ੀਡੈਂਟ ਹੈ ਨੱਡਾ, ਮਤਲਬ ਇੱਥੇ ਪ੍ਰਾਈਮ ਮਿਨਿਸਟਰ ਵੀ ਇੰਨਾ ਚਿਰ ਰਹਿ ਕੇ ਕਹਿੰਦੇ ਇੰਚਾਰਜ ਬਣ ਕੇ ਗਏ, ਫਿਰ ਵੀ ਲੋਕਾਂ ਦਾ ਇੱਕ ਆਪਣਾ ਫਤਵਾ ਇਹ ਮਾਨੇ ਰੱਖਦਾ ਕਿ ਅਜੇ ਦੇਸ਼ ਦੇ ਵਿੱਚ ਇਹ ਨਹੀਂ ਹੈ ਕਿ ਉਹ ਸਰੈਂਡਰ ਕਰ ਗਏ ਹੁਣ ਵੀ ਨਹੀਂ ਜੀ ਹੁਣ ਤਾਂ ਇੱਕੋ ਹੀ ਹੈ, ਹੁਣ ਕੋਈ ਹੋਰ ਚੱਲ ਹੀ ਨਹੀਂ ਸਕਦਾ, ਇਹੋ ਜਿਹਾ ਕੁਝ ਨਹੀਂ। ਗੱਲ ਆਪੋਜੀਸ਼ਨ ਤੇ ਖੜੀ ਹੈ ਕਿ ਕੀ ਆਪੋਜੀਸ਼ਨ ਯੂਨਾਈਟਿਡ ਫੇਸ ਕਿਸੇ ਤਰੀਕੇ ਨਾਲ ਹੋ ਸਕਦੀ ਹੈ, ਕੋਈ ਏਜੰਡਾ ਅਲਟਰਨੇਟਿਵ ਲੈ ਕੇ ਆ ਸਕਦੀ ਹੈ, ਕੋਈ ਪੋਲਿਟਿਕਸ ਅਲਟਰਨੇਟਿਵ ਜਿਹੜੀ ਉਸ ਲੈਵਲ ਤੇ ਕਰ ਸਕਦੀ ਹੈ। ਜਿਹੜੇ ਲੋਕ ਇੱਕ ਗੱਲ ਜਿਵੇਂ ਰਾਹੁਲ ਗਾਂਧੀ ਦੀ ਯਾਤਰਾ ਨੂੰ ਕਹਿੰਦੇ ਨੇ ਵੀ ਉਹ ਇੱਕ ਗਰਾਊਂਡਡ ਯਾਤਰਾ, ਚਾਹੇ ਉਹ ਇੱਥੇ ਨਹੀਂ ਆਏ, ਰਾਹੁਲ ਗਾਂਧੀ ਦਾ ਕੋਈ ਗੁਜਰਾਤ 'ਚ ਤਾਂ ਇਹਨਾਂ ਚੋਣਾਂ 'ਚ ਵੱਡਾ ਕੋਈ ਇਸ ਲੈਵਲ ਤੇ ਨਹੀਂ। ਇੱਥੇ ਕੁਝ ਲੋਕ ਇਤਰਾਜ਼ ਵੀ ਕਰਦੇ ਨੇ, ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਨਹੀਂ ਲੰਬੇ ਦਾ ਤਾਂ ਉਹ ਗੱਲ ਠੀਕ ਹੈ, ਉਹ ਅਲੱਗ ਸਵਾਲ ਹੈ। ਪਰ ਇਹ ਸਾਰੀ ਡੈਮੋਕ੍ਰੇਸੀ ਨੂੰ ਬਚਾਉਣ ਦੇ ਲਈ ਕਿਹੜਾ ਏਜੰਡੇ ਦੀ ਲੋੜ ਹੈ, ਇਹ ਅਜੇ ਚਰਚਾ ਦਾ ਮੁੱਦਾ ਹੈਗਾ।
ਖਾਲਿਦ ਸਾਹਿਬ ਜਿਹੜੀ ਗੱਲ ਆ ਰਹੀ ਹੈ ਕਿ ਏਜੰਡੇ ਦੀ ਲੋੜ ਹੈਗੀ ਹੈ, ਪਰ ਇਹਦੇ ਵਿੱਚ ਜਿਹੜੀ ਭਾਰੂ ਪੈ ਰਹੀ ਹੈ ਰਾਜਨੀਤੀ ਵਿੱਚ ਇਸ ਮੌਕੇ 'ਚ, ਜੋ ਪੈ ਰਹੀ ਹੈ ਚਿਹਰਿਆਂ ਦੀ, ਜਿਵੇਂ ਗੱਲ ਹਮੀਰ ਭਾਜੀ ਨੇ ਕੀਤੀ ਕਿ ਨਰਿੰਦਰ ਮੋਦੀ ਉਹ ਚੋਣ ਲੜਦੇ ਦਿਖਦੇ ਆ, ਚਾਹੇ ਗੁਜਰਾਤ ਹੈ ਚਾਹੇ ਹਿਮਾਚਲ ਹੈ। ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦਾ ਚਿਹਰਾ ਹੈ। ਸਥਾਨਕ ਲੀਡਰਸ਼ਿਪ ਕਿਉਂ ਮਾਰੀ ਜਾ ਰਹੀ ਹੈ? ਪਹਿਲਾਂ ਕਾਂਗਰਸ ਦੇ ਵਿੱਚ ਵੀ ਆਪਾਂ ਦੇਖਦੇ ਸੀ ਸਥਾਨਕ ਚਿਹਰੇ ਵੱਡੇ ਹੁੰਦੇ ਸੀ, ਉਹਨਾਂ ਦੇ ਆਧਾਰ ਤੇ ਪਾਰਟੀ ਕੇਂਦਰ 'ਚ ਮਜ਼ਬੂਤ ਹੁੰਦੀ ਸੀ, ਪਰ ਹੁਣ ਸਾਰੇ ਪਾਸੇ ਕੇਂਦਰੀਕਰਨ ਹੋ ਰਿਹਾ। ਸੂਬਿਆਂ ਨੂੰ, ਖੇਤਰੀ ਪਾਰਟੀਆਂ ਨੂੰ, ਖੇਤਰੀ ਚਿਹਰਿਆਂ ਨੂੰ ਕਿਉਂ ਦਰਕਨਾਰ ਕੀਤਾ ਜਾ ਰਿਹਾ? ਇਹਦੇ ਪਿੱਛੇ ਕਿਹੜਾ ਕਾਰਨ ਹੈ? ਦੇਖੋ ਇਦਾਂ ਹੈ ਕਿ ਜਿਹੜੇ ਲੋਕਲ ਚਿਹਰੇ ਹੁੰਦੇ ਆ ਜਾਂ ਸਟੇਟ ਦੇ ਚਿਹਰੇ ਹੁੰਦੇ ਆ ਜਾਂ ਰੀਜਨਲ ਚਿਹਰੇ ਹੁੰਦੇ ਆ, ਉਹਨਾਂ ਨੂੰ ਮਾਰਨ ਦੀ ਭੂਮਿਕਾ ਇੰਦਰਾ ਗਾਂਧੀ ਤੋਂ ਸ਼ੁਰੂ ਹੋ ਗਈ ਸੀ। ਇੰਦਰਾ ਗਾਂਧੀ ਨੇ ਵੀ ਆਪਣੇ ਟਾਈਮ ਤੇ, ਅਗਰ ਤੁਹਾਡੇ ਯਾਦ ਹੋਵੇ, ਅਗਰ ਕੋਈ ਵੀ ਚੀਫ ਮਿਨਿਸਟਰ ਜ਼ਿਆਦਾ ਪਾਵਰਫੁਲ, ਜ਼ਿਆਦਾ ਪਾਪੂਲਰ ਹੁੰਦਾ ਸੀਗਾ, ਉਹਨੂੰ ਰਿਪਲੇਸ ਕਰਕੇ ਦੂਸਰੇ ਬੰਦੇ ਨੂੰ ਅੱਗੇ ਕਰ ਦਿੰਦੇ ਸੀ, ਜਾਂ ਵਿਦਿਨ ਕਾਂਗਰਸ ਵੀ ਕਾਊਂਟਰ ਖੜੇ ਕਰ ਦਿੰਦੇ ਸੀਗੀ ਜਿਹੜੇ ਕਿ ਉਹਨੂੰ ਅਪੋਜ਼ ਕਰਦੇ ਰਹਿੰਦੇ ਸੀਗੇ, ਔਰ ਸੈਂਟਰਲ ਲੀਡਰਸ਼ਿਪ ਉਹਨੂੰ ਹਵਾ ਦਿੰਦੀ ਰਹਿੰਦੀ ਸੀਗੀ ਤਾਂ ਕਿ ਉਹਨੂੰ ਚੈੱਕ 'ਚ ਰੱਖਿਆ ਜਾਵੇ। ਇਹ ਕਿਹਾ ਜਾਂਦਾ ਹੈ ਕਿ ਪਾਵਰ ਕਰਪਟਸ ਐਂਡ ਐਬਸੋਲੂਟ ਪਾਵਰ ਕਰਪਟਸ ਐਬਸੋਲੂਟਲੀ। ਜੇ ਤੁਸੀਂ ਕਿਸੇ ਬੰਦੇ ਨੂੰ ਬਹੁਤੀ ਜ਼ਿਆਦਾ ਪਾਵਰ ਦੇ ਦਿਓ ਤਾਂ ਪੂਰੀ ਸ਼ੰਕਾ ਰਹਿੰਦੀ ਹੈ ਕਿ ਹੁਣ ਇਹ ਪਾਵਰ ਦਾ ਮਿਸਯੂਜ਼ ਕਰੇਗਾ, ਜਿਵੇਂ ਕਿ ਆਪਾਂ ਦੇਖ ਰਹੇ ਹਾਂ ਹੋ ਰਹੀ ਹੈ, ਪਾਵਰ ਦਾ ਮਿਸਯੂਜ਼ ਹੋ ਰਹੀ ਹੈ। ਹੁਣ ਜਿਵੇਂ ਤੁਸੀਂ ਸੈਂਟਰਲਾਈਜੇਸ਼ਨ ਦੀ ਗੱਲ ਕਰਦੇ ਹੋ, ਇੱਕ ਤਾਂ ਸਾਡਾ ਸੰਵਿਧਾਨਕ ਰੂਪ ਦੇ ਵਿੱਚ ਹੀ ਪੂਰਾ ਸੈਂਟਰਲਾਈਜੇਸ਼ਨ ਵਾਲਾ ਹੈ ਸਾਡਾ ਢਾਂਚਾ। ਪਹਿਲਾਂ ਹੁੰਦਾ ਸੀਗਾ ਸੈਂਟਰਲਾਈਜੇਸ਼ਨ ਕਰ ਰਹੇ ਹਾਂ ਕਿ ਸੈਂਟਰ ਜ਼ਿਆਦਾ ਪਾਵਰਾਂ ਲਏਗਾ ਜੀ, ਸੈਂਟਰ ਨੇ ਕੰਕਰੈਂਟ ਲਿਸਟ ਦੇ ਵਿੱਚੋਂ ਕਾਨੂੰਨ ਬਣਾਤੇ, ਸਟੇਟ ਲਿਸਟ ਜਿਵੇਂ ਕਿ ਆਪਾਂ ਦੇਖ ਰਹੇ ਹਾਂ। ਉਸ ਤੋਂ ਬਾਅਦ ਹੁਣ ਜਿਸ ਵੇਲੇ ਡੀਮੋਨੇਟਾਈਜੇਸ਼ਨ ਹੋਈ, ਉਹ ਕੰਪਲੀਟ ਸੈਂਟਰਲਾਈਜੇਸ਼ਨ ਸੀ। ਤੁਸੀਂ ਬਿਨਾਂ ਸਟੇਟਾਂ ਨੂੰ ਪੁੱਛੇ, ਬਿਨਾਂ ਕਿਸੇ ਦੀ ਸਲਾਹ ਮਸ਼ਵਰੇ ਦੇ ਅਚਾਨਕ ਉੱਠ ਕੇ ਕਹਿਤਾ ਕਿ ਜੀ ਸਾਰੇ ਬੰਦ ਹੈ। ਉਸ ਤੋਂ ਬਾਅਦ ਜਿਹੜੀ ਤੁਸੀਂ ਇਹ ਕੀਤਾ ਆਪਣੇ GST ਕੀਤਾ, GST ਦੇ ਵਿੱਚ ਅਗੇਨ ਬੇਸ਼ੱਕ ਉੱਥੇ GST ਕਾਉਂਸਲ ਹੈ, ਲੇਕਿਨ ਸੈਂਟਰ ਗਵਰਨਮੈਂਟ ਕੋਲ ਪਾਵਰ ਹੈ ਉਹਨੂੰ ਵੀਟੋ ਕਰਨ ਦੀ, ਉੱਥੇ ਵੀ ਪੂਰਾ ਸੈਂਟਰਲਾਈਜੇਸ਼ਨ। ਉਸ ਤੋਂ ਬਾਅਦ ਜਿਹੜਾ ਤੁਹਾਡਾ ਪੈਂਡੈਮਿਕ ਆਇਆ, ਪੈਂਡੈਮਿਕ ਦੇ ਵਿੱਚ ਜਿਹੜਾ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਐਕਟ ਨੂੰ ਸਾਹਮਣੇ ਰੱਖ ਕੇ ਜਿਸ ਤਰੀਕੇ ਦੇ ਨਾਲ ਸਟੇਟ ਦੀਆਂ ਪਾਵਰਸ ਨੂੰ ਖਤਮ ਕੀਤਾ, ਉਹਦੇ ਨਾਲ ਸੈਂਟਰਲਾਈਜੇਸ਼ਨ ਇਹ ਹੈਗੀ ਹੈ ਐਡਮਿਨਿਸਟ੍ਰੇਟਿਵ ਸੈਂਟਰਲਾਈਜੇਸ਼ਨ ਤੇ ਸੰਵਿਧਾਨਕ। ਹੁਣ ਪੋਲੀਟੀਕਲੀ ਲਾ ਲਓ, ਪੋਲੀਟੀਕਲੀ ਜੇ ਆਪਾਂ ਦੇਖਦੇ ਹਾਂ ਕਿ ਬੀਜੇਪੀ ਕਿਤੇ ਵੀ ਨਹੀਂ ਖੜੀ, ਸਿਰਫ ਨਰਿੰਦਰ ਮੋਦੀ, ਅਮਿਤ ਸ਼ਾਹ, ਨੱਡਾ, 3-4 ਲੋਕ ਹੈਗੇ ਜਿਨ੍ਹਾਂ ਨੂੰ। ਅਦਰਵਾਈਜ਼ ਤੁਸੀਂ ਸਟੇਟਾਂ ਦੇ ਵਿੱਚ ਦੇਖ ਲਓ, ਅਗਰ ਛੋਟੀ ਛੋਟੀ ਗੱਲ ਜਿਹੜੀ ਹੈਗੀ ਹੈ ਉਹ ਸੈਂਟਰ ਦੇ ਹੈੱਡਕੁਆਟਰ ਤੋਂ ਡਾਇਰੈਕਟ ਹੋ ਰਹੀ ਹੈ। ਤੁਸੀਂ ਬੀਜੇਪੀ ਦਾ ਜਿਹੜਾ ਸੈਂਟਰਲ ਹੈੱਡਕੁਆਟਰ ਹੈ ਉਹ ਆਪਣੇ ਆਪ 'ਚ ਹੀ ਬਹੁਤ ਵੱਡਾ ਸੈਕਟਰੀਏਟ ਉਹਨਾਂ ਨੇ ਖੜਾ ਕਰਤਾ ਹੈ, ਹਜ਼ਾਰਾਂ ਕਰੋੜ ਰੁਪਇਆ ਲਾ ਕੇ। ਉੱਥੇ ਇੱਕ ਕੰਸਟੀਚੁਐਂਸੀ, ਇੱਕ ਕੰਪੋਨੈਂਟ, ਇੱਕ ਕਮਿਊਨਿਟੀ ਦਾ ਪੂਰਾ ਡਾਟਾ ਫੀਡ ਹੈ। ਉਹਦੇ ਮੁਤਾਬਕ ਉਹ ਸਾਰਾ ਜਿਹੜਾ ਹੈਗਾ ਡਿਸਕਸ ਕਰਦੇ ਆ। ਉੱਥੇ ਉਹਨਾਂ ਦੇ ਬ੍ਰੇਨਸਟਾਰਮਿੰਗ ਸੈਸ਼ਨ ਹੁੰਦੇ ਆ, ਗਰੁੱਪ ਬਣਦੇ ਆ, ਉਹ ਸਾਰੇ ਕਾਂਗਰਸ 'ਚ ਵੀ ਹੁੰਦਾ ਹੋਏਗਾ। ਲੇਕਿਨ ਉਹਦੇ ਨਾਲ ਕੀ ਹੈਗਾ, ਤੁਸੀਂ ਹਰ ਚੀਜ਼ ਨੂੰ, ਹਰ ਕੰਪੋਨੈਂਟ ਨੂੰ, ਪੋਲਿਟਿਕਸ ਨੂੰ ਪੂਰਾ ਕੰਟਰੋਲ ਕਰਕੇ ਸੈਂਟਰਲ 'ਚ ਚੱਲ ਰਹੇ ਹੋ। ਉਹ ਇਸੇ ਵਜ੍ਹਾ ਕਰਕੇ ਆਪਾਂ ਦੇਖਦੇ ਆ ਕਿ ਹਿਮਾਚਲ ਦੇ ਵਿੱਚ ਇਲੈਕਸ਼ਨ ਹੋਇਆ, ਉਹ ਕਹਿੰਦੇ ਜੀ ਪਹਿਲਾਂ ਤੁਸੀਂ ਲੱਗੇ ਰਹੋ, ਉਸ ਤੋਂ ਬਾਅਦ ਅਸੀਂ ਕਾਰਪੇਟ ਬੰਬਿੰਗ ਕਰਵਾਵਾਂਗੇ ਸੈਂਟਰ ਦੇ ਲੀਡਰ ਤੋਂ। ਉਹ ਕੌਣ ਹੈ? ਨਰਿੰਦਰ ਮੋਦੀ, ਅਮਿਤ ਸ਼ਾਹ ਜਾਂ ਫਾਈਨਾਂਸ ਮਿਨਿਸਟਰ, ਇਹ ਸਾਰੇ ਆਏ। ਗੁਜਰਾਤ ਦੇ ਵਿੱਚ ਕਦੇ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਉਸ ਵੇਲੇ ਤੋਂ ਅੱਜ ਤੱਕ ਕਿਸੇ ਪ੍ਰਾਈਮ ਮਿਨਿਸਟਰ ਨੇ ਏਡੇ ਲੰਬੇ ਰੋਡ ਸ਼ੋ ਨਹੀਂ ਕੀਤੇ। ਪ੍ਰਾਈਮ ਮਿਨਿਸਟਰ ਕੋਲ ਇੰਨਾ ਟਾਈਮ ਨਹੀਂ ਹੈ। ਲੇਕਿਨ ਜਿਸ ਤਰੀਕੇ ਦੇ ਨਾਲ ਤੁਸੀਂ ਸੀਰੀਅਸਲੀ ਇਲੈਕਸ਼ਨ ਲੜਦੇ ਹੋ, ਔਰ ਬੀਜੇਪੀ ਸੀਰੀਅਸਲੀ ਇਲੈਕਸ਼ਨ ਲੜਦੀ ਹੈ, ਔਰ ਇਸ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੂੰ ਇਹ ਤਾਂ ਸਬਕ ਲੈਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਲੜਿਆ ਜਾਂਦਾ ਹੈ। ਔਰ ਉਹਦੇ ਵਿੱਚ ਤੁਸੀਂ ਰੋਡ ਸ਼ੋ ਕਰ ਰਹੇ ਹੋ, ਉਹਦੇ 'ਚ ਹਰ ਕੰਸਟੀਚੁਐਂਸੀ ਦੇ ਉੱਪਰ ਪੂਰੀ ਉਹ ਲਾ ਕੇ ਦੇਖ ਰਹੇ ਹੋ। ਉਹਦੇ ਨਾਲ ਜਿਹੜਾ ਹੈਗਾ ਸਟੇਟਾਂ ਦੀ ਜਿਹੜੀ ਲੋਕਲ ਲੀਡਰਸ਼ਿਪ ਹੈ ਉਹ ਖਤਮ ਹੋ ਗਈ ਹੈ ਜਾਂ ਬਹੁਤ ਹੀ ਮਾਰਜਨ ਤੇ ਚਲੀ ਗਈ ਹੈ। ਇੱਕ ਮੈਂ ਲਾਸਟ ਤੁਹਾਨੂੰ ਗੱਲ ਕਹਾਂਗਾ, ਕਾਂਗਰਸ ਕਿਸੇ ਵੇਲੇ ਹੁੰਦੀ ਸੀ ਕਿ ਇੱਕ ਕੈਨੋਪੀ ਦੇ ਰੂਪ ਦੇ ਵਿੱਚ, ਜਿਵੇਂ ਕਿ ਇੱਕ ਛਤਰੀ ਹੁੰਦੀ ਹੈ, ਉਹਦੇ ਵਿੱਚ ਸਾਰੇ ਲੀਡਰ ਖੜੇ ਆ। ਹੁਣ ਇਹ ਹੈਗਾ ਵੀ ਛਤਰੀ ਵੀ ਮੇਰੀ ਹੈ ਤੇ ਲੀਡਰਸ਼ਿਪ ਵੀ ਮੇਰੀ ਹੈ ਤੇ ਖੜਾ ਵੀ ਮੈਂ ਹੀ ਹਾਂ, ਤੁਸੀਂ ਆਲੇ ਦੁਆਲੇ ਹੈਗੇ ਆ, ਤੁਸੀਂ ਮੇਰੀ ਡਾਇਰੈਕਸ਼ਨ ਤੇ ਕੰਮ ਕਰਨਾ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਹਾਵੀ ਹੋ ਗਈ ਹੈ। ਔਰ ਅਗਰ ਫੋਰ ਐਗਜ਼ਾਮਪਲ ਅਗਰ ਦੋ ਜਿਹੜੇ ਮੇਜਰ ਚਿਹਰੇ ਆ ਉਹ ਅਚਾਨਕ ਖਤਮ ਹੋ ਜਾਂਦੇ ਆ ਤਾਂ ਪਾਰਟੀ ਕਿੱਥੇ ਖੜੀ ਹੈ? ਬਿਲਕੁਲ ਭਾਜੀ, ਇਹ ਕੀ ਹੈ ਕਿ ਇਹ ਪਾਰਟੀ ਹੈ ਜਾਂ ਡਿਕਟੇਟਰਸ਼ਿਪ ਹੈ? ਫਿਰ ਜਿਵੇਂ ਕੇਜਰੀਵਾਲ ਆਪਣੀ ਮਰਜ਼ੀ, ਨਰਿੰਦਰ ਮੋਦੀ ਆਪਣੀ ਮਰਜ਼ੀ। ਸੋ ਜੇਕਰ ਇਸ ਤਰ੍ਹਾਂ ਪਾਰਟੀਆਂ ਕੀ ਚੱਲਣਗੀਆਂ? ਪਰ ਇੱਕ ਗੱਲ ਖਾਲਿਦ ਸਾਹਿਬ ਨੇ ਕੀਤੀ ਕਿ GST ਲਿਆਂਦਾ ਜਾਂ ਨੋਟਬੰਦੀ ਆਈ, ਉਹਦੇ ਨਾਲ ਮਾਰ ਪਈ, ਪਰ ਕਹਿੰਦੇ ਗੁਜਰਾਤੀ ਤਾਂ ਵਪਾਰਕ ਸੋਚ ਵਾਲਾ
ਤੇ ਫਿਰ ਉੱਥੇ ਉਹਨਾਂ ਨੂੰ ਕਿਉਂ ਨਹੀਂ GST ਵਾਲੀ ਮਾਰ ਤੇ ਉਹ ਰਿਐਕਟ ਕਰ ਸਕੇ, ਜਾਂ ਨੋਟਬੰਦੀ ਗਰੀਬ ਤਬਕਾ ਉੱਥੇ ਉਹ ਕਿਉਂ ਨਹੀਂ, ਕੀ ਉੱਥੇ ਘੱਟ ਗਿਣਤੀਆਂ ਨੂੰ ਡਰਾ ਕੇ ਇੱਕ ਪਾਸੇ ਕਰਕੇ ਸਾਰਾ ਹਿੰਦੂ ਵੋਟ ਬੈਂਕ ਇਕੱਠੀ ਕਰਨ ਦੀ ਕਵਾਇਦ ਹੈ ਕਿ ਉਹ ਡਰ ਅਜੇ ਵੀ ਉੱਥੇ ਘੱਟ ਗਿਣਤੀਆਂ 'ਚ ਹੈਗਾ, ਉਹ ਖੋਫ, ਉਹਦਾ ਨਤੀਜਾ ਜਿਹੜੇ ਰਿਜ਼ਲਟ ਆਏ ਨੇ ਜਿਹੜਾ ਸਿਰ ਸਕਦਾ ਹੈ ਉਹ ਡੋਮੀਨੇਟ ਕਰਦਾ, ਚਾਹੇ ਉਹ ਗਲਤ ਹੋਵੇ ਚਾਹੇ ਉਹ ਠੀਕ ਹੋਵੇ, ਹੈ ਨਾ। ਨੈਰੇਟਿਵ ਇਸ ਕੰਟਰੀ ਦੇ ਵਿੱਚ ਸਿਰਜਿਆ ਗਿਆ ਬੀਜੇਪੀ ਨੇ। ਗੁਜਰਾਤ ਦੇ ਵਿੱਚ 2 ਸਿਰਜੇ ਨੇ ਉਹਨਾਂ ਨੇ ਓਪਨਲੀ। ਇੱਕ ਤਾਂ ਇਹ ਸਿਰਜਿਆ ਕਿ ਦੇਖੋ ਜੀ ਇਹ ਐਂਟੀ ਡਿਵੈਲਪਮੈਂਟ ਨੇ। ਸਾਡੇ ਵੀ ਜੇਕਰ ਕੋਈ ਕਿਸਾਨ ਵੀ ਇੱਥੇ ਧਰਨੇ ਦਿੰਦੇ ਸੀ ਜਾਂ ਕੁਛ ਨਾ, ਵੀ ਆਹ ਪੁਲ ਇੱਥੇ ਦੀ ਕਿਉਂ ਬਣਾਉਂਦੇ ਹੋ, ਸੜਕ ਇੱਥੇ ਦੀ ਕਿਉਂ, ਉਹ ਕਹਿੰਦੇ ਨੇ ਇਹ ਵਿਕਾਸ ਵਿਰੋਧੀ ਹੈ ਨਾ, ਬੰਦੇ ਮਰਦੇ ਰਹਿਣ। ਹੁਣ ਸ਼ਰਾਬ ਦੀ ਫੈਕਟਰੀ ਲਾਓ, ਸ਼ਰਾਬ ਨਾਲ ਵੀ ਬੰਦੇ ਮਰਨੇ ਨੇ, ਤੇ ਜਿਹੜੇ ਗਲਤ ਕਿਸਮ ਦੇ ਜਿਹੜੇ ਉਹਦਾ ਉਹ ਪੈਂਦਾ ਪਾਣੀ ਹੇਠਾਂ, ਪਾਣੀ ਦੂਸ਼ਿਤ ਹੁੰਦਾ। ਉਹ ਕਹਿੰਦੇ ਜੀ ਦੇਖੋ ਜੀ ਤਾਂ ਫਿਰ ਇੰਡਸਟਰੀ ਭੱਜੂਗੀ ਫਲਾਨਾ। ਤੁਸੀਂ ਨਾਲ ਦੀ ਨਾਲ ਬੰਦੇ ਵੀ ਤਾਂ ਦੇਖਣੇ ਨੇ, ਬੰਦੇ ਬਚਾਉਣੇ ਨੇ। ਮਾਹੌਲ ਕਿਹੋ ਜਿਹਾ, ਪਰ ਨਾ ਜਿਵੇਂ ਰਾਹੁਲ ਗਾਂਧੀ ਨਾਲ ਮੇਧਾ ਪਾਟਕਰ ਆ ਗਈ, ਪ੍ਰਧਾਨ ਮੰਤਰੀ ਨੇ 3 ਦਿਨ ਆਪਣੇ ਭਾਸ਼ਣ 'ਚ ਬੋਲਿਆ ਕਿ ਇਹਨੇ ਇੰਨੇ ਸਾਲ ਇਹ ਡੈਮ ਨਹੀਂ ਬਣ ਦਿੱਤਾ, ਇਹ ਵਿਕਾਸ ਵਿਰੋਧੀ ਨੇ, ਕਾਂਗਰਸ ਉਹਦੇ ਨਾਲ ਹੈ, ਇਸ ਕਰਕੇ ਇਸ ਲਈ। ਦੂਜਾ ਜਿਹੜਾ ਮੈਜੋਰਿਟੇਰੀਅਨ ਗੱਲ ਆਪਾਂ ਕਰਦੇ ਹਾਂ ਹਿੰਦੂ ਧਰਮ ਦੀ, ਉਹ ਏਜੰਡਾ ਤਾਂ ਉਹਨਾਂ ਦਾ ਪੂਰੀ ਤਰ੍ਹਾਂ ਹੀ ਚੱਲਦਾ ਹੈ। ਮੈਂ ਪਹਿਲਾਂ ਗੱਲ ਕੀਤੀ ਹੈ, ਬਿਲਕੁਲ ਬਿਰਕੀ ਬਾਨੂ ਤੋਂ ਲੈ ਕੇ ਵੱਖ-ਵੱਖ ਟਾਈਪ ਦੇ ਜਿੰਨੀਆਂ ਵੀ ਚੀਜ਼ਾਂ ਨੇ, ਕਿਤੇ ਵੀ ਟਰਾਇਲ ਕੋਈ ਤੁਸੀਂ ਹੋਣ ਨਹੀਂ ਦਿੱਤਾ ਠੀਕ ਤਰੀਕੇ ਦੇ ਨਾਲ, ਬਾਕੀ ਚੀਜ਼ਾਂ ਚੱਲ ਰਹੀਆਂ ਨੇ। ਹੁਣ ਸਵਾਲ ਤਾਂ ਇੱਥੇ ਖੜਾ ਕਿ ਕੀ ਕੋਈ ਮੇਜਰ ਡੈਮੋਕ੍ਰੈਟਿਕ ਚੇਂਜ ਲਈ ਪਾਰਟੀਆਂ ਦੇ ਅੰਦਰ ਜਮਹੂਰੀਅਤ ਖਤਮ ਹੈ, ਅੰਦਰੋਂ ਕੋਈ ਗੱਲ ਬੰਦਾ ਬੋਲਣ ਜੋਗਾ ਨਹੀਂ ਉਸ ਪੱਧਰ ਦੇ ਉੱਤੇ, ਬਾਹਰੋਂ ਵੀ ਕੋਈ ਅਲਟਰਨੇਟਿਵ ਡੈਮੋਕ੍ਰੇਸੀ ਦਾ ਏਜੰਡਾ ਨਹੀਂ ਹੈ ਤੁਹਾਡੇ ਕੋਲ ਕਿ ਜਿਹੜੀ ਕੋਈ ਬਾਹਰਲੀ ਤੇ ਇਸ ਲੈਵਲ ਤੇ ਚੱਕਦੀ ਹੋਵੇ। ਹੁਣ ਸਿੰਗਲ ਪਾਰਟੀ ਲੀਡਰਸ਼ਿਪ ਹੈ ਉਸ ਲੈਵਲ ਤੇ। ਹਾਂ, ਇੱਕ ਗੱਲ ਥੋੜਾ ਸਭ ਨੂੰ ਹੈ, ਕਿਉਂਕਿ ਬੀਜੇਪੀ ਤਾਂ ਇਹ ਵੀ ਅਸੀਂ ਜੀ ਅਜੇਤੂ ਆ, ਪਰ ਇਹ ਚੋਣਾਂ ਨੇ ਇਹ ਵੀ ਦਿਖਾਤਾ ਕਿ ਅਜੇਤੂ ਤਾਂ ਨਹੀਂ ਹੈ। MCD ਵੀ ਹਾਰ ਗਈ ਤੇ ਹਿਮਾਚਲ ਵੀ ਜੇ ਹਾਰ ਰਹੇ ਹੋ ਤੁਸੀਂ, ਅਜੇਤੂ ਤਾਂ ਨਹੀਂ ਹੈ। ਉਹ ਮੈਸੇਜ ਤਾਂ ਨਹੀਂ ਗਿਆ ਇਹਨਾਂ ਚੋਣਾਂ ਤੋਂ। ਤੇ ਦੂਜੀ ਗੱਲ ਇੱਕ ਹੋਰ ਹੈ, ਉਹਨਾਂ ਨੂੰ ਮੈਨੂੰ ਲੱਗਦਾ ਪਹਿਲਾਂ ਇੱਕ ਹਵਾ, ਆਮ ਆਦਮੀ ਪਾਰਟੀ ਹਵਾ ਦੇ ਘੋੜੇ ਤੇ ਚੜ੍ਹਦੀ ਆ, ਹਵਾ ਬਣੀ ਨਹੀਂ ਉਸ ਲੈਵਲ ਤੇ, ਕੇਡਰ ਹੈ ਨਹੀਂ, ਕੇਡਰ ਤਾਂ ਸੰਗਠਨ ਤਾਂ ਬੜੇ ਲੰਮੇ ਸਮੇਂ 'ਚ ਬਣਦਾ ਹੈ ਨਾ ਤੁਹਾਡਾ, ਹੇਠੋਂ ਲੈ ਕੇ ਉੱਪਰ ਤੱਕ। ਇੱਥੇ ਇੱਕ ਕਨਵੀਨਰ ਹੈ, ਬਾਕੀ ਸਾਰੇ ਵਲੰਟੀਅਰ ਨੇ, ਵਲੰਟੀਅਰ ਦਾ ਕੋਈ ਹੱਕ ਨਹੀਂ ਹੈਗਾ ਨਾ ਜਿਹਦੇ ਇੱਥੇ ਵੀ ਉਹੀ ਹੈ ਜਿਹੜੀ ਉਹਨਾਂ ਨੂੰ ਇੱਕ ਗੱਲ, ਉਹਨਾਂ ਕੋਲ ਕਹਿਣ ਨੂੰ ਇੱਕ ਗੱਲ ਜ਼ਰੂਰ ਆ ਗਈ ਹੈ ਹੁਣ ਕਿ ਅਸੀਂ ਵੀ 7 ਨੈਸ਼ਨਲ ਪਾਰਟੀਆਂ 'ਚ ਹੁਣ 8ਵੀਂ ਨੈਸ਼ਨਲ ਪਾਰਟੀ ਬਣਨ ਜਾ ਰਹੇ ਹਾਂ। ਕਿਉਂਕਿ ਨੈਸ਼ਨਲ ਪਾਰਟੀ ਜਿਹੜੀ ਰਿਕੋਗਨਾਈਜ਼ਡ ਹੁੰਦੀ ਹੈ ਸਾਡੇ, ਉਹ 4 ਸਟੇਟਾਂ 'ਚ ਘੱਟੋ ਘੱਟ 6% ਵੋਟ ਤੇ ਕਿਸੇ ਵੀ ਸਟੇਟ 'ਚ 2 MLA MP ਜਾਂ ਕਿਤੋਂ 4 MP, ਕਈ 3-4 ਕ੍ਰਾਈਟੇਰੀਆ ਨੇ। ਹੁਣ ਇਹਨੇ ਇੰਨਾ ਕੁ ਕਰ ਲਿਆ, ਪਿੱਛੇ ਗੋਆ ਤੋਂ ਲੈ ਲਈ 6.77% ਵੋਟ ਤੇ 2 MLA ਜਿੱਤ ਗਏ ਸੀ। ਇੱਕ ਤਾਂ ਉਹ ਐਡੀਸ਼ਨਲ ਹੋ ਗਈ, ਪੰਜਾਬ ਦਿੱਲੀ ਹੈਗਾ, ਤੇ ਐਤਕੀ ਗੁਜਰਾਤ 'ਚ 13% ਤੇ 5 ਜੇ ਉਹ ਆ ਗਏ ਤਾਂ ਉਹ ਨੈਸ਼ਨਲ ਪਾਰਟੀ। ਇਹਦੇ ਨਾਲ ਹੀ ਉਹਨੂੰ ਲੱਗੇਗਾ ਕਿ ਅਸੀਂ ਜੀ ਬੜਾ ਇੱਕ ਵੱਡਾ ਪਾਰਟੀ ਨੈਸ਼ਨਲ ਪਾਰਟੀਆਂ ਦੇ ਵਿੱਚ ਆ ਗਏ, ਇੰਨਾ ਕੁ ਫਾਇਦਾ, ਇੰਨੇ ਤੇ ਉਹ ਆਪਣਾ ਤਾੜੀ ਵਜਾ ਸਕਦੇ ਨੇ। ਪਰ ਲੋਕਾਂ ਦਾ ਕੀ ਹੋਏਗਾ, ਕੁਐਸਚਨ ਇਹ ਹੈ ਕਿ ਏਜੰਡਾ ਨਹੀਂ ਬਦਲ ਰਿਹਾ। ਮੈਂ ਇਸੇ ਮੁੱਦੇ ਤੇ ਆਉਣਾ ਚਾਹੁੰਦਾ, ਨੈਸ਼ਨਲ ਚਿਹਰਾ। ਹੁਣ ਕਹਿੰਦੇ ਕਿ ਨਰਿੰਦਰ ਮੋਦੀ ਦਾ ਬਦਲ ਅਰਵਿੰਦ ਕੇਜਰੀਵਾਲ ਹੋ ਸਕਦਾ, ਪਰ ਅਰਵਿੰਦ ਕੇਜਰੀਵਾਲ ਸ਼ਾਹੀਨ ਬਾਗ ਵਾਲੇ ਮਸਲੇ ਤੇ ਵੀ ਚੁੱਪ ਹੈ। ਅਰਵਿੰਦ ਕੇਜਰੀਵਾਲ ਕਹਿੰਦੇ ਧਾਰਾ 370 ਤੇ ਵੀ ਨਹੀਂ ਬੋਲਦਾ। ਅਰਵਿੰਦ ਕੇਜਰੀਵਾਲ ਕਹਿੰਦਾ ਠੀਕ ਹੈ ਜੀ, ਇਹ ਤੁਸੀਂ ਰਾਮ ਜੀ ਦੀ ਗੱਲ ਕਰੋਗੇ, ਮੈਂ ਹਨੂਮਾਨ ਜੀ ਦੀ ਗੱਲ ਕਰੂੰਗਾ। ਮਤਲਬ ਕਿ ਉਸੇ ਰਾਹ ਦੇ ਉੱਤੇ ਉਹੀ ਇੱਕ ਰੰਗ 'ਚ ਰੰਗਣ ਦੀ ਕਵਾਇਦ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਤੁਰ ਪਿਆ, ਇਸ ਲਈ ਉਹਨੂੰ ਲੱਗਦਾ ਕਿ ਮੈਂ ਬਦਲ ਬਣ ਜਾਵਾਂਗਾ। ਚੀਜ਼ ਬੜੀ ਆਪਾਂ ਨੂੰ ਦੇਖਣੀ ਪਏਗੀ ਕਿ ਅਰਵਿੰਦ ਕੇਜਰੀਵਾਲ ਕਿਸ ਮੁਹਿੰਮ ਦੀ ਪ੍ਰੋਡਕਟ ਹੈ। ਉਹ ਮੁਹਿੰਮ ਸੀਗੀ ਐਂਟੀ ਕਰਪਸ਼ਨ ਮੂਵਮੈਂਟ। ਬਿਲਕੁਲ। ਉਹ ਮੂਵਮੈਂਟ ਕਿਹਦੀ ਸੀਗੀ? ਅੰਨਾ ਹਜ਼ਾਰੇ ਦੀ। ਅੰਨਾ ਹਜ਼ਾਰੇ ਦੀ ਮੂਵਮੈਂਟ ਦੇ ਵਿੱਚ ਜਿਹੜੇ ਲੋਕਾਂ ਦੀ ਇਕੱਠ ਹੁੰਦਾ ਸੀਗਾ, ਕਿਹਦਾ ਥਾ? ਬੀਜੇਪੀ ਦਾ। ਬੀਜੇਪੀ ਸਾਰਾ ਬਹੁਤ ਜ਼ਿਆਦਾ ਜਿਹੜਾ ਹੈਗਾ ਉਹਦੇ ਵਿੱਚੋਂ ਕੇਜਰੀਵਾਲ ਨਿਕਲ ਰਿਹਾ। ਕੇਜਰੀਵਾਲ ਨੂੰ ਇੱਕ ਗੱਲ ਪਤਾ ਹੈ ਕਿ ਜਿਹੜਾ ਨੈਰੇਟਿਵ ਇਸ ਵੇਲੇ ਬੀਜੇਪੀ ਨੇ ਸਿਰਜਿਆ ਹੋਇਆ ਔਰ ਜਿਹਦੇ ਪਰ ਉਹ ਇਲੈਕਸ਼ਨ ਜਿੱਤ ਰਹੀ ਹੈ, ਉਹਨੂੰ ਕਾਊਂਟਰ ਕਰਨ ਵਾਸਤੇ ਉਸ ਤਰ੍ਹਾਂ ਦਾ ਹੀ ਕਾਊਂਟਰ ਨੈਰੇਟਿਵ ਕ੍ਰੀਏਟ ਕਰਨਾ ਪਏਗਾ। ਜਦ ਤੁਸੀਂ ਕਹਿੰਦੇ ਹੋ ਕਿ ਨੋਟਾਂ ਦੇ ਉੱਪਰ ਲక్ష్ਮੀ ਦੀ ਫੋਟੋ ਹੋਣੀ ਚਾਹੀਦੀ ਹੈ, ਤਾਂ ਤੁਸੀਂ ਉਸ ਨੂੰ ਹੀ ਜਿਹੜਾ ਹੈਗਾ ਨੈਰੇਟਿਵ ਨੂੰ ਕਾਊਂਟਰ ਕਰ ਰਹੇ ਹੋ, ਜਿਹੜਾ ਨੈਰੇਟਿਵ ਇਸ ਵੇਲੇ ਡੋਮੀਨੇਟ ਕਰ ਰਿਹਾ ਸਟੇਟ ਕੰਟਰੀ ਦੀ ਪੋਲਿਟੀ ਨੂੰ, ਖਾਸ ਤੌਰ ਪਰ ਨਾਰਥ ਇੰਡੀਆ ਦੇ ਵਿੱਚ। ਸਾਊਥ ਦੀ ਨਹੀਂ ਮੈਂ ਗੱਲ ਕਰ ਰਿਹਾ, ਨਾਰਥ ਇੰਡੀਆ ਦੇ ਵਿੱਚ, ਕਿਉਂਕਿ ਨਾਰਥ ਇੰਡੀਆ ਦੇ ਸਿਰ ਤੇ ਹੀ ਬੀਜੇਪੀ ਪਾਵਰ ਦੇ ਵਿੱਚ ਹੈ। ਅਗਰ ਤੁਸੀਂ ਯੂਪੀ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਉੱਤਰਾਖੰਡ, ਇਹ ਸਾਰੇ ਸਟੇਟ ਦੇ ਵਿੱਚੋਂ ਕੱਢ ਦੋ, ਬੀਜੇਪੀ ਖਤਮ ਹੈ। ਕਿਉਂਕਿ ਸਾਊਥ ਦੇ ਵਿੱਚ ਤਾਂ ਵੀ ਕਰਨਾਟਕਾ ਨੂੰ ਛੱਡ ਕੇ ਬਾਕੀ ਨਹੀਂ ਹੈ, ਵੈਸਟ ਬੰਗਾਲ ਹੈ ਜਾਂ ਹੋਰ ਜਗ੍ਹਾ। ਮੈਂ ਇਸ ਕਰਕੇ ਇਹ ਗੱਲ ਕਹਿ ਰਿਹਾ ਕਿ ਜਿਸ ਵੇਲੇ ਤੁਸੀਂ ਕੋਈ ਵੀ ਨੈਰੇਟਿਵ ਕ੍ਰੀਏਟ ਕਰਦੇ ਹੋ, ਜਿਵੇਂ ਹਮੀਰ ਸਿੰਘ ਜੀ ਨੇ ਕਿਹਾ ਵਰਤਾਂਤ,
ਉਹਨੂੰ ਕਾਊਂਟਰ ਕਰਨ ਵਾਸਤੇ ਆਪੋਜੀਸ਼ਨ ਨੂੰ ਵੀ ਕੋਈ ਨਵਾਂ ਨੈਰੇਟਿਵ ਕ੍ਰੀਏਟ ਕਰਨਾ ਪਏਗਾ। ਹੁਣ ਮੈਂ ਤੁਹਾਨੂੰ ਦੱਸਦਾ, ਅਗਰ ਰਾਹੁਲ ਗਾਂਧੀ 5 ਮੰਦਰਾਂ ਦੇ ਵਿੱਚ ਜਾ ਕੇ ਫੋਟੋ ਖਿਚਾਉਂਦਾ ਹੈ ਤਾਂ ਉਹ ਇੱਕ ਕਾਊਂਟਰ ਨੈਰੇਟਿਵ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਹੈ, ਲੇਕਿਨ ਉਹ ਫੇਲ ਹੈ ਕਿਉਂਕਿ ਉਸ ਕੰਮ ਦੇ ਵਿੱਚ ਤਾਂ ਉਹ ਮਾਸਟਰ ਹੈ। ਉਹਨਾਂ ਦਾ ਤੁਸੀਂ ਮੁਕਾਬਲਾ ਕਰ ਹੀ ਨਹੀਂ ਸਕਦੇ। ਉਹ ਕਿਸੇ ਵੀ ਐਕਸਟੈਂਟ ਤੱਕ ਜਾ ਸਕਦੇ ਇਸ ਕੰਮ ਨੂੰ, ਔਰ ਉਹ ਕਹਿੰਦੇ ਵੀ ਸਾਡਾ ਲੈਜੀਟੀਮੇਟ ਹੈ, ਸਾਡਾ ਤਾਂ ਏਜੰਡਾ ਹੈ। ਤੁਸੀਂ ਤੁਹਾਡਾ ਏਜੰਡਾ ਜਿਹੜਾ ਹੈਗਾ ਡਿਫਰੈਂਟ ਹੈ, ਲੇਕਿਨ ਤੁਸੀਂ ਨੈਰੇਟਿਵ ਕੁਝ ਹੋਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਹੋ। ਨੈਸ਼ਨਲ ਲੈਵਲ ਤੇ ਡੈਫੀਨੇਟਲੀ ਕਾਂਗਰਸ ਨੂੰ ਵੀ ਅਗਰ ਸੱਤਾ ਦੇ ਵਿੱਚ ਆਉਣਾ ਹੈ ਜਾਂ ਰੈਲੇਵੈਂਟ ਰਹਿਣਾ ਦੇਸ਼ ਦੀ ਪੋਲਿਟਿਕਸ ਦੇ ਵਿੱਚ, ਤਾਂ ਆਪਣਾ ਜਿਹੜਾ ਓਰੀਜਨਲ ਏਜੰਡਾ ਹੈ ਉਹਦੇ ਵਿੱਚ ਹੀ ਲੋਕਾਂ ਨੂੰ ਲਾਉਣਾ ਪਏਗਾ, ਕਿਉਂਕਿ ਲੋਕ ਦੇਖ ਰਹੇ ਹੈ। ਇਹ ਨਹੀਂ ਹੈ ਕਿ ਤੁਸੀਂ ਜੀ ਫਲਾਣੇ ਉੱਥੇ ਆਪਣੇ ਉਸੇ ਤਰੀਕੇ ਦੇ ਗੇਰੂਏ ਕੱਪੜੇ ਪਾ ਕੇ ਤੇ ਉਹ ਭਜਨ ਗਾ ਕੇ ਤੇ ਹੋਰ ਸਾਰਾ ਕੁਝ ਕਰਵਾ ਲਓ। ਉਹ ਕਹਿੰਦਾ ਉਹ ਤਾਂ ਬਹੁਤ ਵਧੀਆ ਕਰ ਰਹੇ ਹਾਂ, ਹਾਂਜੀ, ਬਲਕਿ ਤੁਹਾਨੂੰ ਕਹਿੰਦੇ ਵੀ ਤੁਹਾਨੂੰ ਤਾਂ ਅਸੀਂ ਲਾਤਾ ਇਸ ਕੰਮ ਤੇ। ਇਹ ਚੀਜ਼ ਜਿਹੜੀ ਹੈਗੀ ਹੈ, ਇੱਕ ਤਾਂ ਇਹ ਗੱਲ ਹੈ। ਦੂਸਰੀ ਗੱਲ ਇਹ ਹੈਗੀ ਹੈ, ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਡਿਫਰੈਂਟ ਪੋਲੀਟੀਕਲ ਪਾਰਟੀਜ਼ ਦੀ ਜਾਂ ਅਰਵਿੰਦ ਕੇਜਰੀਵਾਲ ਦੀ ਨੈਸ਼ਨਲ ਲੈਵਲ ਤੇ, ਅਰਵਿੰਦ ਕੇਜਰੀਵਾਲ ਨੈਸ਼ਨਲ ਲੈਵਲ ਤੇ ਹਜੇ ਨਹੀਂ ਉੱਭਰ ਸਕਦਾ ਕਿਉਂਕਿ ਸਟੇਟ ਬਹੁਤ ਵੱਡਾ ਹੈ, ਕੰਟਰੀ ਬਹੁਤ ਵੱਡਾ ਹੈ। ਬਿਲਕੁਲ, ਉਹਦੇ ਵਿੱਚ ਤੁਸੀਂ 2-3 ਜਗ੍ਹਾ ਤੇ ਹਾਂ ਇੱਕ ਨੈਸ਼ਨਲ ਪਾਰਟੀ ਬਣ ਸਕਦੀ ਹੈ। ਮਿਲ ਸਕਦਾ ਨਹੀਂ, ਨੈਸ਼ਨਲ ਪਾਰਟੀ ਦੇਖੋ BSP ਨੈਸ਼ਨਲ ਪਾਰਟੀ ਸੀਗੀ, ਖਤਮ ਹੋ ਗਈ, ਠੀਕ ਹੈ ਨੇ, ਜਾਂ ਹੋਰ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਸੀ ਨੈਸ਼ਨਲ ਪਾਰਟੀਆਂ ਸੀਗੀਆਂ ਬਾਅਦ ਦੇ ਵਿੱਚ ਰਹਿ ਗਈਆਂ, ਖਤਮ ਹੋ ਗਈਆਂ, ਉਹ ਚੱਲਦਾ ਰਹਿੰਦਾ। ਲੇਕਿਨ ਜਿਹੜਾ 2 ਪੋਲੀਟੀਕਲ ਪਾਰਟੀਆਂ ਹੈ ਕਾਂਗਰਸ ਤੇ BJP, ਇਹਨਾਂ ਦਾ ਜਿਹੜੀ ਪ੍ਰੈਜ਼ੈਂਸ ਹੈ ਉਹ ਤਕਰੀਬਨ ਹਰ ਜਗ੍ਹਾ ਹੈਗੀ ਹੈ, ਪੂਰੇ ਕੰਟਰੀ ਦੇ ਵਿੱਚ ਹੈ। ਉਸ ਤਰ੍ਹਾਂ ਦਾ ਕੇਡਰ ਕ੍ਰੀਏਟ ਕਰਨਾ ਪਏਗਾ ਜਿਹੜਾ ਕਿ ਹਜੇ ਆਮ ਆਦਮੀ ਪਾਰਟੀ ਕੋਲ ਨਹੀਂ ਹੈ। ਅਮੀਰ ਭਾਜੀ, ਇਹਨਾਂ ਚੋਣ ਨਤੀਜਿਆਂ ਦਾ ਚਾਹੇ ਉਹ MCD ਹੈ, ਚਾਹੇ ਉਹ ਗੁਜਰਾਤ ਹੈ, ਚਾਹੇ ਉਹ ਹਿਮਾਚਲ, ਉਹਨਾਂ ਦਾ ਪੰਜਾਬ ਦੀ ਸਿਆਸਤ ਤੇ ਵੀ ਕੋਈ ਅਸਰ ਪੈਣ ਦੇ ਅਸਾਰ ਨੇ? ਬਿਲਕੁਲ ਪੈਣਗੇ, ਕਿਉਂਕਿ ਹਰ ਚੀਜ਼ ਦਾ ਹੀ ਥੋੜਾ ਬਹੁਤ ਅਸਰ ਜਿੰਨਾ ਉਹਦੇ ਨਾਲ ਸੰਬੰਧਿਤ ਹੁੰਦਾ ਪੈਂਦਾ। ਇੱਕ ਤਾਂ ਇੱਥੇ ਦੀਆਂ ਕੁਝ ਪਾਰਟੀਆਂ ਨੇ ਜਿਹੜੀਆਂ ਉੱਥੇ ਵੀ ਇਲੈਕਸ਼ਨ ਲੜ ਰਹੀਆਂ ਨੇ, ਇੱਥੇ BJP ਵੀ ਪੰਜਾਬ ਦੇ ਵਿੱਚ ਆਪਣਾ ਮਤਲਬ ਵਾਟਰ ਟੈਸਟ ਜਿਵੇਂ ਕਹਿੰਦੇ ਨੇ ਕਰ ਰਹੀ ਆ। ਕਿੰਨੇ ਹੁਣ ਕੋਰ ਕਮੇਟੀ ਆਈ ਜਾਂ ਜਿਹੜੇ ਉਹਨਾਂ ਸੰਗਠਨ ਢਾਂਚਾ ਲਿਆਂਦਾ, ਇਹ 'ਚ ਕਿੰਨੇ ਹੀ ਉਹ ਕਾਂਗਰਸੀ ਸਮੇਤ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਬਾਕੀ ਕਿਤੇ ਨਾ ਕਿਤੇ ਐਡਜਸਟ ਜਿਹੜੇ ਕੀਤੇ ਨੇ ਉਸ ਲੈਵਲ ਦੇ ਉੱਤੇ। ਪਰ ਪੰਜਾਬੀ ਮਾਈਂਡਸੈਟ ਜਿਹੜਾ ਇਹ 2014 ਤੋਂ ਲੈ ਕੇ ਹਜੇ ਤੱਕ BJP ਨੇ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਕਿ ਮਾਨਸਿਕਤਾ ਬਦਲ ਜੇ ਉਹਦੇ ਪ੍ਰਤੀ। ਅਜੇ ਬੰਦਿਆਂ ਦੇ ਚਿਹਰੇ ਦੇ ਤੌਰ ਤੇ ਲਿਆਂਦੇ ਨੇ। BJP ਅਜੇ ਤੱਕ ਇੱਥੇ ਸੀ ਜਿਹੜੀ ਪੰਜਾਬ ਦੇ ਵਿੱਚ, ਉਹ ਲਗਭਗ ਇੱਕ ਸ਼ਹਿਰੀ ਅਰਬਨ ਹਿੰਦੂ ਦੀ ਪਾਰਟੀ ਟਾਈਪ ਦਾ ਗਿਣਿਆ ਜਾਂਦਾ ਸੀ, ਕਿਉਂਕਿ ਅਕਾਲੀ ਦਲ ਤੇ BJP ਦਾ ਸਮਝੌਤਾ ਹੀ ਇਹ ਸੀ ਕਿ ਅਸੀਂ ਪੰਥ ਦੇ ਸਿੱਖਾਂ ਦੇ ਪ੍ਰਤੀਨਿਧ ਤੇ ਪਿੰਡਾਂ ਦੇ ਤੇ ਤੁਸੀਂ ਸ਼ਹਿਰ ਦੇ ਤੇ ਹਿੰਦੂਆਂ ਦੇ ਪ੍ਰਤੀਨਿਧ। ਇਸ ਲਈ ਕਹਿੰਦੇ ਜੀ ਭਾਈਚਾਰਕ ਸਾਂਝ ਹੈ। ਜਦੋਂ ਦੀ ਉਹ ਟੁੱਟੀ ਹੈ ਤੇ ਹੁਣ BJP ਇਹ ਕਹਿਣ ਲੱਗੀ ਵੀ ਆਪਾਂ ਭਾਈ ਸਿੱਖ ਇਹਦੇ ਵਾਲੇ ਵੀ ਲਿਆਓ, ਪੱਗਾਂ ਵਾਲੇ ਬੰਦੇ ਵੀ ਸਿੱਖ ਵੀ ਲਿਆਓ ਤੇ ਸ਼ਾਇਦ ਇਹਦੇ ਨਾਲ ਹੋ ਜੇ। ਤੇ ਦੂਜੀ ਗੱਲ ਇਹ ਵੀ ਹੈ ਕਿ ਹਿਮਾਚਲ ਗੁਆਂਢੀ ਸੂਬਾ ਹੈ, ਪੰਜਾਬ ਦੇ ਨਾਲ ਵੀ ਲੱਗਦਾ ਪੰਜਾਬੀਆਂ ਦੀਆਂ ਆਪਸ ਦੇ ਵਿੱਚ ਸੰਬੰਧ ਵੀ ਨੇ। ਜੇ ਇੱਥੇ BJP ਨਹੀਂ ਹੈ ਤਾਂ ਉਹਦਾ ਅਸਰ ਵੀ ਸਾਡੇ ਕੋਲ ਦਿਖਾਈ ਉਸ ਪੱਧਰ ਦੇ ਉੱਤੇ ਦੇਗਾ। ਤੀਜਾ, ਆਮ ਆਦਮੀ ਪਾਰਟੀ ਨੂੰ ਵੀ ਇੱਕ ਗੱਲ ਸਿੱਖਣੀ ਪਊਗੀ ਮੇਰਾ ਖਿਆਲ ਹੈ ਕਿ ਜਿਹੜੀਆਂ ਰੋਲ ਫਰੀਬੀਜ਼ ਨੇ ਗਰੰਟੀ ਦੇ ਨਾਂ ਤੇ, ਨਾ ਕੇਵਲ ਬਹੁਤ ਜ਼ਿਆਦਾ ਤੁਹਾਡੇ ਕੋਲ ਕੋਈ ਏਜੰਡਾ ਹੈ ਪੰਜਾਬ ਵਰਗੀ ਕੰਪਲੈਕਸ ਸਟੇਟ ਦਾ, ਤਾਂ ਅਗਲੀਆਂ ਇਲੈਕਸ਼ਨਾਂ ਦੇ ਦੌਰਾਨ ਕੇਵਲ ਉਹੀ ਏਜੰਡਾ ਨੇ, ਉਹੀ ਫਰੀਬੀਜ਼ ਨਹੀਂ ਚੱਲਣੀਆਂ, ਉਹੀ ਤਰੀਕਾ ਨਹੀਂ ਚੱਲਣਾ। ਇਹਦੇ ਲਈ ਕੁਝ ਤਰੀਕਾ ਇੱਕ ਤਾਂ ਸੰਗਠਨ ਨੂੰ ਵੀ ਗਰਾਊਂਡ ਲੈਵਲ ਦੇ ਉੱਤੇ ਆਪਣਾ ਢਾਂਚਾ ਬਣਾਉਣਾ ਪਏਗਾ, ਢਾਂਚੇ ਨੂੰ ਕੋਈ ਅਧਿਕਾਰ ਵੀ ਦੇਣੇ ਪੈਣਗੇ ਜੇਕਰ ਅੰਦਰੂਨੀ ਤੌਰ ਤੇ ਉਹ ਗੱਲ ਕਰਨੀ ਹੈ, ਤੇ ਨਾਲ ਦੀ ਨਾਲ ਕੋਈ ਪੰਜਾਬ ਦੀਆਂ ਸਮੱਸਿਆਵਾਂ ਨਾਲ ਰਿਲੇਟਡ ਏਜੰਡੇ ਦੀ ਵੀ ਗੱਲ ਕਰਨੀ ਪਏਗੀ, ਉਹਦੀ ਬਾਤ ਵੀ ਪਾਉਣੀ ਪਏਗੀ, ਨਹੀਂ ਤਾਂ ਉਦੋਂ ਬਿਨਾਂ ਕੰਮ ਨਹੀਂ ਚੱਲੂਗਾ। ਔਰ ਜਿਹੜੇ 2 ਮਹੀਨੇ ਹੁਣ ਲਗਭਗ ਪੂਰੀ ਪੰਜਾਬ ਦੀ ਸਰਕਾਰ ਸਮੇਤ ਚੀਫ ਮਿਨਿਸਟਰ ਗੁਜਰਾਤ ਲਾ ਕੇ ਆਏ ਨੇ, ਤਾਂ ਪੰਜਾਬੀ ਉਹਦਾ ਹਿਸਾਬ ਵੀ ਤਾਂ ਪੁੱਛਦੇ ਨੇ ਨਾ, ਭਾਈ ਉੱਥੇ ਲਾਇਆ ਹੈ ਪੰਜਾਬ ਲਈ ਕੀ ਲਿਆਏ ਹੋ, ਤੇ ਆ ਕੇ ਹੁਣ ਉੱਥੋਂ ਜਿਹੜਾ ਦਮ ਲੈ ਕੇ ਉੱਥੋਂ ਪੰਜਾਬ ਲਈ ਕਰੋਗੇ ਕੀ। ਇਸ ਲਈ ਆਮ ਆਦਮੀ ਪਾਰਟੀ ਸਾਹਮਣੇ ਨਵਾਂ ਚੈਲੰਜ ਪੰਜਾਬ 'ਚ ਪੈਦਾ ਹੋਊਗਾ। ਹੁਣ ਦੱਸੋ ਸਾਡੇ ਲਈ ਕੀ ਕਰਨਾ। ਆਮ ਆਦਮੀ ਪਾਰਟੀ ਮੁਰੇ ਤਾਂ ਨਵਾਂ ਚੈਲੰਜ ਖੜਾ, ਪਰ ਮੈਂ ਇਸ ਚਰਚਾ ਨੂੰ ਸਮੇਟਦਿਆਂ ਹੋਇਆ ਖਾਲਿਦ ਸਾਹਿਬ ਤੁਹਾਤੋਂ ਜਵਾਬ ਲੈਣਾ ਚਾਹਣਾ, ਕੀ ਗੁਜਰਾਤ ਜਿੱਤਣਾ ਮਤਲਬ BJP ਗਰੰਟੀ ਮੰਨ ਲਵੇ ਕਿ 24 ਉਹਨਾਂ ਦਾ ਜਾਂ 24 ਦੇ ਵਿੱਚ ਵੀ ਕੋਈ ਅਸਰ ਪਏਗਾ ਨਾ ਨਤੀਜਿਆਂ ਦਾ? ਦੇਖੋ ਗੱਲ ਇਹ ਹੈਗੀ ਹੈ ਕਿ ਅਗਰ ਹਿਮਾਚਲ ਵੀ ਜਿੱਤ ਜਾਂਦੀ BJP, ਜਿਹਦੀ ਕਿ ਸੰਭਾਵਨਾ ਇਸ ਵੇਲੇ ਘੱਟ ਲੱਗ ਰਹੀ ਹੈ, ਤਾਂ ਉਹਦਾ ਸੁਨੇਹਾ ਡਿਫਰੈਂਟ ਸੀਗਾ। ਉਹਦਾ ਮਤਲਬ ਹੈਗਾ ਜਿਵੇਂ ਇਹਨਾਂ ਨੇ ਕਿ ਅਜੈਤੂ ਹੈ, ਇਨਵਿੰਸੀਬਲ ਹੈ, ਲੇਕਿਨ ਲੋਕਾਂ ਨੇ ਕਹਿਤਾ ਇਨਵਿੰਸੀਬਲ ਨਹੀਂ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਗੁਜਰਾਤ ਜਿੱਤਣਾ ਜਿਹੜਾ ਹੈਗਾ ਉਹ ਬਹੁਤ ਵੱਡਾ ਮਾਰਕਾ ਨਹੀਂ ਹੈ, ਕਿਉਂਕਿ ਗੁਜਰਾਤ ਦੇ ਵਿੱਚ ਤੁਸੀਂ 30 ਸਾਲ ਤੋਂ ਰਾਜ ਕਰ ਰਹੇ ਹੋ, ਔਰ ਉੱਥੇ ਜਿਸ ਤਰੀਕੇ ਦੀ ਕੈਂਪੇਨਿੰਗ ਕਾਂਗਰਸ ਨੂੰ ਕਰਨੀ ਚਾਹੀਦੀ ਸੀਗੀ ਉਹ ਉਹਨੇ ਨਹੀਂ ਕੀਤੀ। ਉਹਨਾਂ ਦੇ ਜਿਹੜੇ ਨੈਸ਼ਨਲ ਲੀਡਰ ਸੀਗੇ ਜ਼ਿਆਦਾਤਰ ਨਹੀਂ ਗਏ ਉੱਥੇ, ਜਿਹਦੀ ਵਜ੍ਹਾ ਕਰਕੇ ਕੁਝ ਲੋਕ ਇਹ ਵੀ ਕਹਿ ਰਹੇ ਹੈ ਕਿ ਇੱਕ ਟੈਕਟੀਕਲ ਰਿਟਰੀਟ ਹੈ।
ਟੈਕਟੀਕਲ ਰਿਟਰੀਟ ਇਸ ਤਰ੍ਹਾਂ ਹੈਗੀ ਹੈ ਗੁਜਰਾਤ ਦੇ ਵਿੱਚੋਂ ਕਿ ਜਿਹੜੀ ਰਾਹੁਲ ਗਾਂਧੀ ਦੀ ਯਾਤਰਾ ਹੈਗੀ ਹੈ ਜਾਂ ਉਹਦੇ ਵਿੱਚ ਜਿਵੇਂ ਅਲੱਗ-ਅਲੱਗ ਰੀਜਨਲ ਲੀਡਰ ਜਾਂ ਜਿਹੜੇ ਚਿਹਰੇ ਹੈਗੇ ਆ ਉਹਨਾਂ ਨੂੰ ਨਾਲ ਲੈ ਕੇ ਉਹ ਤੁਰ ਰਿਹਾ, ਉਹਦਾ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਲੰਬੇ ਟਾਈਮ ਤੇ ਪਏਗਾ। ਔਰ ਉਸ ਪ੍ਰਭਾਵ ਦੇ ਮੁਤਾਬਕ 2024 ਦੀ ਜਿਹੜੀ ਹੈਗੀ ਆ ਅਸੀਂ ਤਿਆਰੀ ਕਰ ਰਹੇ ਹਾਂ। ਇੱਥੇ ਤਾਂ ਖਤਮ ਹੋਈ, ਇੱਥੇ ਤਾਂ ਸਾਨੂੰ ਜਿੱਤਣਾ ਥਾ ਹੀ ਨਹੀਂ। ਮੈਂ ਕਿਸੇ ਬੜੇ ਸੀਨੀਅਰ ਪੋਲੀਟੀਕਲ ਲੀਡਰ ਨਾਲ ਸੈਂਟਰਲ ਗੱਲ ਕੀਤੀ ਕੁਝ ਦਿਨ ਪਹਿਲਾਂ, ਉਹਨੇ ਵੀ ਇਹੀ ਗੱਲ ਕਹੀ, ਕਹਿੰਦਾ ਜੀ ਦੇਖੋ ਗੁਜਰਾਤ ਸਾਡੇ ਵਾਸਤੇ ਮੁਸ਼ਕਿਲ ਹੈ ਲੇਕਿਨ ਅਸੀਂ ਲੱਗੇ ਹੋਏ ਹਾਂ, ਲੇਕਿਨ ਹਿਮਾਚਲ ਅਸੀਂ ਲੈ ਜਾਾਂਗੇ। ਬੜਾ ਕੌਨਫੀਡੈਂਟਲੀ ਉਹਨੇ ਗੱਲ ਕਹੀ। ਇਹ ਕੋਈ ਮਹੀਨੇ ਪਹਿਲਾਂ ਦੀ ਗੱਲ ਹੈ। ਕਾਂਗਰਸੀ ਲੀਡਰ, ਬੜਾ ਸੀਨੀਅਰ ਕਾਂਗਰਸੀ ਲੀਡਰ ਜਿਹੜਾ ਕਿ ਕਾਫੀ ਕਲੋਜ਼ ਹੈ ਸੈਂਟਰ ਟੌਪ ਲੀਡਰਸ਼ਿਪ ਦੇ। ਤੇ ਇਹਦਾ ਮਤਲਬ ਹੈਗਾ ਕਿ ਕਾਂਗਰਸ ਪਹਿਲਾਂ ਤੋਂ ਹੀ ਇਹ ਸੋਚ ਰਹੀ ਸੀਗੀ, ਮੰਨ ਕੇ ਚੱਲ ਰਹੀ ਸੀਗੀ। ਔਰ ਖਾਸ ਤੌਰ पे ਜਦ ਆਮ ਆਦਮੀ ਪਾਰਟੀ ਐਂਟਰ ਕਰ ਗਈ ਔਰ ਗੁਜਰਾਤ ਦੇ ਇਲੈਕਸ਼ਨ ਦੇ ਵਿੱਚ, ਕਿਉਂਕਿ ਹਿਮਾਚਲ ਦੇ ਵਿੱਚ ਉਹਨਾਂ ਨੇ ਪਹਿਲਾਂ ਕੀਤਾ ਲੇਕਿਨ ਧਰਾਤਲ ਉਹਨਾਂ ਨੂੰ ਲੱਗਿਆ ਵੀ ਇੱਥੇ ਠੀਕ ਨਹੀਂ ਹੈ ਸਾਡੇ ਵਾਸਤੇ, ਉਹ ਲੌਕ ਸਟੌਕ ਐਂਡ ਬੈਰਲ ਉਹ ਗੁਜਰਾਤ 'ਚ ਚਲੇ ਗਏ। ਉੱਥੇ ਜਿਹੜਾ ਉਹਨਾਂ ਨੇ ਸੇਂਧ ਲਾਈ ਹੈ ਜਾਂ ਜਿਹੜੀਆਂ ਵੀ ਸੀਟਾਂ ਜਿੱਤੀਆਂ ਉਹ ਉਹਨਾਂ ਵਾਸਤੇ ਇੱਕ ਟਰੋਫੀਜ਼ ਹੈ, ਪੋਜ਼ਿਟਿਵ ਟਰੋਫੀ ਹੈ ਆਪਣੇ ਆਪ ਨੂੰ ਪ੍ਰੂਵ ਕਰਨ ਵਾਸਤੇ ਕਿ ਸਾਡੀ ਆਲ ਇੰਡੀਆ ਪ੍ਰੈਜ਼ੈਂਸ ਹੁੰਦੀ ਜਾ ਰਹੀ ਹੈ। ਗੁਜਰਾਤ ਕੀ ਸੈਮੀਫਾਈਨਲ ਸੀ 2024 ਦਾ, ਉਹਦੇ ਵਿੱਚ ਪਾਸ ਹੋ ਗਈ ਬੀਜੇਪੀ। ਕੀ ਗਰੰਟਡ ਮੰਨ ਲਵੇ ਕਿ 24 ਸਾਡੇ ਕੋਲ ਆਏਗਾ? ਪਰ ਖਾਲੇ ਸਾਹਿਬ ਕਹਿੰਦੇ ਇਹ ਗਰੰਟੀ ਨਾ ਮੰਨਣੋ। ਨਹੀਂ, ਕੋਈ ਇਹ ਜਿਹੜੇ ਐਵੇਂ ਭਾਸ਼ਾ ਖੇਡਾਂ ਵਾਲੀ ਅਸੀਂ ਪੋਲਿਟਿਕਸ 'ਚ ਵਰਤਦੇ ਹਾਂ ਬੜੀ ਵਾਰੀ, ਇਹਦਾ ਕੋਈ ਮਤਲਬ ਨਹੀਂ ਹੁੰਦਾ, ਨਾ ਕੋਈ ਗੱਲ ਹੈ। ਹਰ ਜਿਵੇਂ ਖਾਲਸਾ ਸਾਹਿਬ ਨੇ ਪਹਿਲਾਂ ਕਿਹਾ ਸੀ, ਹਰ ਇਲੈਕਸ਼ਨ ਦਾ ਆਪਣਾ ਇੱਕ ਏਜੰਡਾ ਹੁੰਦਾ, ਆਪਣਾ ਵਜੂਦ ਹਰ ਸਮੇਂ ਅਲੱਗ ਹੁੰਦਾ, ਹਰ ਸਟੇਟ ਦੇ ਆਪਣਾ ਇੱਕ ਪਰਿਭਾਸ਼ਾ ਹੁੰਦੀ ਹੈ। ਹੁਣ ਜੇ ਉਵੇਂ ਹੀ ਕਹੋ ਵੀ ਸਾਰਾ ਇਹ ਤਾਂ ਸਗੋਂ ਇਹ ਬੀਜੇਪੀ ਇੱਕ ਨੈਰੇਟਿਵ ਸਿਰਜ ਰਹੀ ਹੈ ਕਿ ਇੱਕ ਦੇਸ਼ ਇੱਕ ਇਲੈਕਸ਼ਨ ਹੋਣੀ ਚਾਹੀਦੀ ਹੈ, ਤਾਂ ਕਿ ਇੱਕ ਦੇਸ਼ ਸਾਰਾ ਇੱਕੋ ਸਮੇਂ ਇਲੈਕਸ਼ਨ ਹੋਏਗੀ ਤਾਂ ਸਾਰੇ ਕੰਪੇਨ ਇੱਕੋ ਜੀ। ਐਡੇ ਵੱਡੇ ਵੰਨ-ਸੁਵੰਨੇ ਦੇਸ਼ ਦੇ ਵਿੱਚ ਸਟੇਟਾਂ ਦੀਆਂ ਆਪਣੀਆਂ ਖਾਹਿਸ਼ਾਂ ਨੇ, ਆਪਣੇ ਤਰੀਕੇ ਨਾਲ ਵੋਟਿੰਗ ਹੁੰਦੀ ਹੈ, ਆਪਣੇ ਤਰੀਕੇ ਨਾਲ ਗੱਲ ਹੁੰਦੀ ਹੈ। 24 ਦਾ ਨੈਰੇਟਿਵ ਹੋ ਰਹੇਗਾ ਦੇਸ਼ ਨੂੰ ਕਿ ਕਾਰਪੋਰੇਟ ਲੈਡ ਜਿਵੇਂ ਬੀਜੇਪੀ ਖੁੱਲਾ ਬਿਲਕੁਲ ਹੀ ਕਰੋਨੀ ਕੈਪੀਟਲਿਜ਼ਮ ਦੇ ਹਵਾਲੇ ਕਰ ਰਹੀ ਹੈ, ਉਹ ਠੀਕ ਰਹੂਗਾ ਜਾਂ ਨਹੀਂ ਰਹੂਗਾ? ਰੁਜ਼ਗਾਰ ਹੋਣਾ, ਮਾਡਲ ਡਿਵੈਲਪਮੈਂਟ ਦਾ ਜਿਹੜਾ ਉਹ ਉਵੇਂ ਹੀ ਚੱਲੂਗਾ ਜਾਂ ਨਹੀਂ ਚੱਲੂਗਾ? ਇਹ ਸਾਰੇ ਸਵਾਲ ਹੋਣਗੇ ਜਿਹੜੇ ਸਵਾਲਾਂ ਨੂੰ ਕਾਊਂਟਰ ਕਰਨਾ ਪਊਗਾ, ਕਿ ਕੋਈ ਧਿਰ ਇਹੋ ਜਿਹੀ ਆਉਂਦੀ ਹੈ ਕਿ ਜਿਹੜੀ ਉਹਨਾਂ ਸਵਾਲਾਂ ਨੂੰ ਕਾਊਂਟਰ ਕਰੇਗੀ। ਫਿਰ ਵੱਡੀ ਹੋਈ ਆਪੋਜੀਸ਼ਨ ਜਿਹੜੀ ਹੈ ਉਹ ਕੋਈ ਕਲੈਕਟਿਵ ਮਿਨੀਮਮ ਏਜੰਡੇ ਤੇ ਇਕੱਠੀ ਹੋ ਕੇ ਵੀ ਲੜਾਈ ਲੜ ਸਕਦੀ ਹੈ। ਜੇ ਉਹ ਲੜਾਈ ਲੜ ਸਕਦੀ ਹੋਈ ਤਾਂ ਹੋਰ ਰਿਜ਼ਲਟ ਆਉਣਗੇ, ਜੇ ਉਹ ਖਿੰਡੀ ਰਹੀ ਤਾਂ ਹੋਰ ਰਿਜ਼ਲਟ ਆਉਣਗੇ। ਇਸ ਲਈ ਅਜੇ ਨਹੀਂ ਉਹਦੇ ਲਈ ਮੇਰਾ ਖਿਆਲ ਹੈ ਇਹ ਭਵਿੱਖਬਾਣੀ ਐ ਕੀਤੀ ਜਾ ਸਕਦੀ ਕੀ ਹੋਏਗਾ। ਇਹ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਕਿ ਇਹਨਾਂ ਨਤੀਜਿਆਂ ਦਾ ਅਸਰ 24 ਤੇ ਕੀ ਜਾਏਗਾ, ਪਰ ਸਵਾਲ ਜ਼ਰੂਰ ਖੜੇ ਨੇ ਕਿ ਕੀ ਅਸੀਂ ਲੋਕਤੰਤਰਕ ਤਰੀਕੇ ਨਾਲ ਅੱਗੇ ਵਧ ਰਹੇ ਜਾਂ ਸਿਰਫ ਚੋਣਾਂ ਲੜਦੇ ਹੀ ਚੋਣਾਂ ਜਿੱਤਣ ਲਈਆਂ, ਹੋਰ ਸਾਡਾ ਕੋਈ ਏਜੰਡਾ ਨਹੀਂ। ਜੇਕਰ ਰਾਜਨੀਤਿਕ ਪਾਰਟੀਆਂ ਦਾ ਲੋਕ ਏਜੰਡਾ ਹੁੰਦਾ ਤਾਂ ਸ਼ਾਇਦ ਹੋਰ ਤਰ੍ਹਾਂ ਨਾਲ ਅਸੀਂ ਵਿਚਰਦੇ, ਪਰ ਰਾਜਨੀਤਿਕ ਧਿਰਾਂ ਨੂੰ ਸਵਾਲ ਕਰਨੇ ਇਹ ਇੱਕ ਲੋਕਤੰਤਰਕ ਤਰੀਕੇ ਦੇ ਵਿੱਚ ਪਹਿਲ ਕਦਮੀ ਹੈ। ਉਸੇ ਨਾਤੇ ਅਸੀਂ ਇਹ ਚਰਚਾ ਲੈ ਕੇ ਹਾਜ਼ਰ ਹੋਏ ਸੀ ਕਿ ਨਤੀਜੇ ਅਜੋਕੇ ਦੌਰ ਦੇ ਵਿੱਚ ਪੰਜਾਬ ਤੇ ਕੀ ਅਸਰ ਪਾਉਣਗੇ, ਉਹਨਾਂ ਸੂਬਿਆਂ 'ਚ ਕੀ ਅਸਰ ਪਾਉਣਗੇ ਤੇ ਆਉਣ ਵਾਲੇ 24 ਦੇ ਲਈ ਕਿਹੋ ਜਿਹਾ ਦ੍ਰਿਸ਼ ਪੈਦਾ ਕਰਦੇ ਨੇ। ਇਹਦੇ ਲਈ ਚਰਚਾ ਲੈ ਕੇ ਹਾਜ਼ਰ ਸੀ ਮੈਂ। ਪੰਜਾਬ ਟੈਲੀਵਿਜ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਜਿੱਥੇ ਧੰਨਵਾਦੀ ਹਾਂ, ਉੱਥੇ ਆਪਣੇ ਮਹਿਮਾਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ।